ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਪੱਖ ਦੀਆਂ ਖਬਰਾਂ ਦੇ ਸਾਡੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਜੀ ਪ੍ਰਮੀਤ ਜੀ ਤੇ ਸੀਪੀ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਤੁਹਾਡਾ ਪੱਖ ਦੀਆਂ ਖਬਰਾਂ ਵਿੱਚ। ਥੈਂਕ ਯੂ ਜੀ। ਥੈਂਕ ਯੂ ਕੁਲਵੀਰ ਜੀ। ਨਾਲ ਹੀ ਸ਼ਬਦੀਸ਼ ਜੀ ਵੀ ਮੋਹਾਲੀ ਤੋਂ ਸਾਡੇ ਨਾਲ ਪੱਖ ਦੀਆਂ ਖਬਰਾਂ ਵਿੱਚ ਬਣੇ ਹੋਏ ਨੇ। ਸ਼ਬਦੀਸ਼ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਗੱਲਬਾਤ ਕਰਾਂਗੇ ਜੀ। ਪੰਜਾਬ ਸਰਕਾਰ ਦੇ 4 ਹਫ਼ਤੇ 1 ਮਹੀਨਾ ਪੂਰਾ ਹੋ ਗਿਆ। ਬਹੁਤ ਸਾਰੇ ਵਾਅਦੇ ਜਿਹੜੇ ਸੀ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੀ। ਬਹੁਤ ਸਾਰੀਆਂ ਗੱਲਾਂ ਜਿੱਦਣ ਉਹਨਾਂ ਨੇ ਸਹੁੰ ਚੁੱਕੀ ਉਦਣ ਉਹਨਾਂ ਨੇ ਕੀਤੀਆਂ। ਬਹੁਤ ਸਾਰੇ ਐਲਾਨ ਉਹਨਾਂ ਨੇ ਪਹਿਲੀ ਕੈਬਨਿਟ ਮੀਟਿੰਗ ਤੋਂ ਬਾਅਦ ਕੀਤੇ। ਗੱਲਬਾਤ ਕਰਾਂਗੇ ਕੁਛ 3-4 ਮੁੱਦਿਆਂ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਵਾਅਦੇ ਜੋ ਐਲਾਨ ਜੋ ਹੁਕਮ ਜਿਹੜੇ ਪੰਜਾਬ ਸਰਕਾਰ ਕਰਦੀ ਪਈ ਆ ਉਹਨਾਂ ਦੇ ਵੱਲ ਉਹਨਾਂ ਦੇ ਕਦਮ ਕਿਸ ਤਰ੍ਹਾਂ ਵੱਧ ਰਹੇ ਨੇ। ਪੰਜਾਬ ਜਿਹੜਾ ਹੈ ਉਹਦੀ ਤਸਵੀਰ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਜਦੋਂ ਮੈਨੀਫੈਸਟੋ ਬਣਾਇਆ ਗਿਆ ਸੀ, ਮੈਨੀਫੈਸਟੋ ਕਮੇਟੀ ਦੇ ਜਿਹੜੇ ਚੇਅਰਮੈਨ ਸਨ ਮਨਪ੍ਰੀਤ ਸਿੰਘ ਬਾਦਲ, ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਆ ਉਹਨੂੰ ਬਿਲਕੁਲ ਵੀ ਵਰਤਿਆ ਨਹੀਂ ਜਾਵੇਗਾ, ਕਿਉਂਕਿ ਪਿਛਲੀ ਸਰਕਾਰ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਰਕਾਰ 'ਤੇ ਵੱਡੇ ਇਲਜ਼ਾਮ ਲੱਗੇ ਸੀ ਕਿ ਸੁਖਬੀਰ ਬਾਦਲ ਵੱਲੋਂ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੈਲੀਕਾਪਟਰ ਦੀ ਵਰਤੋਂ ਜਿਹੜੀ ਆ ਉਹ ਵਰਤੋਂ ਨਾ ਕਰਕੇ ਦੁਰਵਰਤੋਂ ਕੀਤੀ ਗਈ ਆ ਔਰ ਜਿਹੜਾ ਪੰਜਾਬ ਦੇ ਲੋਕਾਂ ਦੇ ਉੱਪਰ 100 ਕਰੋੜ ਤੋਂ ਜ਼ਿਆਦਾ ਦਾ ਬੋਝ ਜਿਹੜਾ ਹੈ ਉਹ ਪਾਇਆ ਗਿਆ। ਮਨਪ੍ਰੀਤ ਬਾਦਲ ਵੱਲੋਂ ਜਦੋਂ ਇਹ ਗੱਲ ਕੀਤੀ ਗਈ ਸੀ ਕਿ ਪੰਜਾਬ ਦੀ ਹਾਲਤ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਤੌਰ ਦੇ ਉੱਪਰ ਜਿਹੜੀ ਵਿੱਤੀ ਸਥਿਤੀ ਆ ਪੰਜਾਬ ਦੀ ਉਹ ਇੰਨੀ ਖਰਾਬ ਆ ਕਿ ਪੰਜਾਬ ਦੇ ਵਿੱਚ ਇੱਕ ਪੈਸਾ ਜਿਹੜਾ ਬਚਾਉਣਾ ਪਵੇਗਾ ਔਰ ਉਸ ਪੈਸੇ ਨੂੰ ਬਚਾਉਣ ਖਾਤਰ ਉਹਨਾਂ ਨੇ VIP ਕਲਚਰ ਖਤਮ ਕਰਨ ਦੀ ਗੱਲ ਕੀਤੀ ਸੀ। ਬਹੁਤ ਸਾਰੀਆਂ ਪੰਜਾਬ ਦੇ DTO ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ, ਪਰ ਉਸ ਤੋਂ ਬਾਅਦ ਹੀ ਜਿਹੜੇ ਹੈਗੇ ਆ ਉਹ ਪ੍ਰਿੰਸੀਪਲ ਸੈਕਟਰੀ ਲਾ ਕੇ ਜਿਹੜਾ ਹੈ ਉਹਨਾਂ ਹੀ ਖਰਚਾ ਫਿਰ ਜਿਹੜਾ ਸਰਕਾਰ ਦੇ ਉੱਪਰ ਪਾ ਦਿੱਤਾ ਗਿਆ। ਪਹਿਲਾ ਫਲਿਪ ਫਲੋਪ ਆਪਾਂ ਗੱਲ ਕਰਦੇ ਹਾਂ। ਦੂਜਾ, ਹੈਲੀਕਾਪਟਰ ਨਾ ਵਰਤਣ ਨੂੰ ਲੈ ਕੇ ਬਹੁਤ ਵੱਡਾ ਸਿਆਸੀ ਤੌਰ 'ਤੇ ਭਾਸ਼ਣ ਵੀ ਦਿੱਤੇ ਗਏ, ਬਹੁਤ ਵੱਡਾ ਜਿਹੜਾ ਹੈ ਅਡੰਬਰ ਵੀ ਰਚਿਆ ਗਿਆ, ਪਰ ਸਰਕਾਰ ਬਣਿਆ ਅਜੇ ਮਹੀਨਾ ਹੀ ਹੋਇਆ ਤੇ ਕੈਪਟਨ ਸਾਹਿਬ ਨੇ ਤੇ ਈਵਨ ਮਨਪ੍ਰੀਤ ਬਾਦਲ ਹੋਣਾ ਨੇ ਵੀ ਦਿੱਲੀ ਦਾ ਦੌਰਾ ਤੇ ਬਠਿੰਡੇ ਦਾ ਦੌਰਾ ਜਿਹੜਾ ਹੈ ਉਹ ਹੈਲੀਕਾਪਟਰ ਦੇ ਉੱਪਰ ਕਰ ਵੀ ਲਿਆ। ਔਰ ਜੇ ਆਪਾਂ ਗੱਲ ਕਰੀਏ ਕਿ ਇਹਦੇ ਉੱਪਰ ਜਦੋਂ ਸਵਾਲ ਖੜੇ ਹੋਏ ਤਾਂ ਰਾਣਾ ਗੁਰਜੀਤ ਸਿੰਘ ਹੋਣਾ ਨੇ ਜੋ ਕਿ ਕੈਬਨਿਟ ਮਿਨਿਸਟਰ ਨੇ, ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਹੈਲੀਕਾਪਟਰ ਹੁਣ ਕੋਈ VIP ਕਲਚਰ ਨਹੀਂ ਰਹਿ ਗਿਆ, ਕੋਈ ਲਗਜ਼ਰੀ ਨਹੀਂ ਰਹਿ ਗਿਆ। ਜਿੱਦਾਂ ਘਰ ਦੇ ਵਿੱਚ ਏਅਰ ਕੰਡੀਸ਼ਨਰ ਦੀ ਜ਼ਰੂਰਤ ਹੁੰਦੀ ਆ ਆਰਾਮ ਨਾਲ ਕੰਮ ਕਰਨ ਵਾਸਤੇ, ਉੱਦਾਂ ਹੀ ਜਿਹੜਾ ਹੈ ਹੈਲੀਕਾਪਟਰ ਵੀ ਇਸ ਵੇਲੇ ਜ਼ਰੂਰਤ ਹੈ। ਪਰ ਮੈਂ ਸਵਾਲ ਇਹ ਰੱਖਦਾ ਕਿ ਅਗਰ ਹੈਲੀਕਾਪਟਰ ਜ਼ਰੂਰਤ ਹੈ ਤਾਂ ਫਿਰ ਮੈਨੀਫੈਸਟੋ ਦੇ ਵਿੱਚ ਜਾਂ ਜਦੋਂ ਇਲੈਕਸ਼ਨ ਲੜਨੀ ਸੀ ਉਸ ਵੇਲੇ ਇਸ ਗੱਲ ਨੂੰ ਐਡੀ ਵੱਡੀ ਤੂਲ ਦੇ ਕੇ ਰੱਖਣ ਦੀ ਕੀ ਲੋੜ ਸੀ ਕਿ ਅਸੀਂ ਹੈਲੀਕਾਪਟਰ ਨਹੀਂ ਵਰਤਾਂਗੇ, ਕਿਉਂਕਿ ਪੰਜਾਬ ਦੇ ਲੋਕਾਂ ਦੇ ਉੱਪਰ ਵਾਧੂ ਜਿਹੜਾ ਹੈ ਉਹ ਬੋਝ ਪਾਇਆ ਜਾਂਦਾ। ਪਹਿਲਾ ਸਵਾਲ ਅੱਜ ਇਹੀ ਲੈ ਕੇ ਚੱਲਦੇ ਹਾਂ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਾਲ ਬੱਤੀਆਂ ਨੂੰ ਲੈ ਕੇ ਤੇ ਪੱਥਰਾਂ ਦੇ ਉੱਪਰ ਨਾਮ ਲਿਖਣ ਨੂੰ ਲੈ ਕੇ ਜਿਹੜੀ ਨਵੀਂ ਨੋਟੀਫਿਕੇਸ਼ਨ ਆਈ ਉਹਦੀ ਗੱਲਬਾਤ ਵੀ ਕਰਾਂਗੇ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜੋਰਾ ਸਿੰਘ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਤੇ ਜਸਟਿਸ ਰਣਜੀਤ ਸਿੰਘ ਹੋਣਾ ਦਾ ਇੱਕ ਨਵਾਂ ਕਮਿਸ਼ਨ ਬਣਾ ਦਿੱਤਾ ਗਿਆ, ਉਹਦੇ ਉੱਪਰ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਾਂਗੇ ਜੀ ਕਾਂਗਰਸ ਦੇ ਫਲਿਪ ਫਲੋਪ ਦੀ। ਪਹਿਲਾ ਜਿਹੜਾ ਕਾਂਗਰਸ ਦਾ ਯੂ ਟਰਨ ਆ ਉਹ ਜੀ ਹੈਲੀਕਾਪਟਰ ਦੇ ਉੱਪਰ ਆ। ਪ੍ਰਮੀਤ ਜੀ ਕੀ ਕਹਿਣਾ ਚਾਹੋਗੇ ਜੀ? ਕੁਲਵੀਰ ਜੀ, ਜਦੋਂ ਇਲੈਕਸ਼ਨ ਕੈਂਪੇਨ ਪੰਜਾਬ ਦੇ ਵਿੱਚ ਕਾਂਗਰਸ ਕਰ ਰਹੀ ਸੀ ਤਾਂ ਮੈਂ ਇਲੈਕਸ਼ਨ ਕੈਂਪੇਨ ਕਵਰ ਕਰਦੇ ਮਨਪ੍ਰੀਤ ਬਾਦਲ ਦੀ ਰੈਲੀ ਸੁਣੀ ਸੀ ਤਾਂ ਮਨਪ੍ਰੀਤ ਬਾਦਲ ਨੇ ਬੜੀ ਸ਼ਿੱਦਤ ਜੇ ਨਾਲ ਗੱਲ ਕਹੀ ਸੀ ਕਿ ਬਠਿੰਡੇ ਦੇ ਵਿੱਚ ਤਾਂ ਬਾਦਲਾਂ ਦੇ ਬੱਚੇ ਵੀ ਹੈਲੀਕਾਪਟਰ ਤੇ ਮਾਰਕੀਟ ਜਾਂਦੇ ਨੇ। ਤਾਂ ਮੈਂ ਉਦੋਂ ਸੋਚਦਾ ਸੀ ਕਿ ਵਾਕਈ ਕੀ ਏਦਾਂ ਦੀ ਗੱਲ ਹੁੰਦੀ ਹੋਏਗੀ, ਤਾਂ ਬਾਅਦ 'ਚ ਜਦੋਂ ਦੇਖਿਆ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਵਾਕਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਕਾਲੀ ਸਰਕਾਰ ਵੱਲੋਂ ਅਕਾਲੀ ਦਲ ਦੀ ਹਾਈ ਕਮਾਂਡ ਵੱਲੋਂ ਹੈਲੀਕਾਪਟਰ ਦੀ ਵਰਤੋਂ ਦੀ ਦੁਰਵਰਤੋਂ ਕੀਤੀ ਗਈ। ਜਿੱਥੋਂ ਤੱਕ ਕਾਂਗਰਸ ਦੇ ਮੈਨੀਫੈਸਟੋ ਦੀ ਗੱਲ, ਕਾਂਗਰਸ ਨੇ ਮੈਨੀਫੈਸਟੋ ਦੇ ਉਲਟ ਤਾਂ ਬਹੁਤ ਕੁਝ ਕੀਤਾ। ਮੈਨੂੰ ਕਾਂਗਰਸ ਦੇ ਮੈਨੀਫੈਸਟੋ, ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਦੇ ਉੱਪਰ ਚੱਲਣ ਤੇ ਬਹੁਤੀ ਜ਼ਿਆਦਾ ਮੈਨੂੰ ਆਸਾਂ ਨਜ਼ਰ ਨਹੀਂ ਆ ਰਹੀਆਂ। ਜੇ ਮੈਂ ਬਿਲਕੁਲ ਸਟ੍ਰੇਟ ਫਾਰਵਰਡ ਗੱਲ ਕਰਾਂ ਤਾਂ ਪੰਜਾਬ ਤੋਂ ਦਿੱਲੀ ਜਾਣ ਵਾਸਤੇ ਇੱਕ ਹੈਲੀਕਾਪਟਰ ਦੀ ਲੋੜ ਹੁੰਦੀ ਹੈ, ਬਿਲਕੁਲ ਹੁੰਦੀ ਹੈ। ਮੈਂ ਉਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਪਾਰਟ ਐਂਡ ਪਾਰਸਲ ਆਫ ਸਿਸਟਮ ਹੈਗਾ ਕਿ ਅਗਰ ਤੁਸੀਂ ਇੰਨੀ ਦੂਰ ਜਾਣਾ, ਤੁਹਾਨੂੰ ਆਪਣਾ ਸਮਾਂ ਵੀ ਬਚਾਉਣਾ, ਗੱਡੀਆਂ ਦੇ ਤੇਲ ਵੀ ਬਚਾਉਣਾ, ਰੂਟ ਵੀ ਲੱਗਣ ਤੋਂ ਬਚਾਉਣਾ, ਲੋਕਾਂ ਨੂੰ ਪਰੇਸ਼ਾਨ ਹੋਣ ਤੋਂ ਵੀ ਬਚਾਉਣਾ, ਤਾਂ ਤੁਸੀਂ ਹੈਲੀਕਾਪਟਰ ਯੂਜ਼ ਕਰਨਾ। ਯੂਜ਼ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ, ਪਰ ਉਸ ਗੱਲ ਨੂੰ ਲੈ ਕੇ ਪਹਿਲਾਂ ਬਹੁਤ ਵੱਡੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਕਹਿਣਾ ਕਿ ਅਸੀਂ ਪੈਸਾ ਬਚਾਉਣਾ ਆ ਔਰ ਫਿਰ ਉਹਦੇ ਉੱਪਰ ਆਪ ਵੀ ਉਸੇ ਰਸਤੇ ਦੇ ਉੱਪਰ ਤੁਰਨਾ। ਬਿਲਕੁਲ ਕੁਲਵੀਰ ਜੀ, ਮੈਂ ਉਸੇ ਗੱਲ ਤੇ ਆ ਰਿਹਾ। ਹੁਣ ਜਦੋਂ ਆਪਣੀ ਵਾਰੀ ਆਈ ਹੈ ਤਾਂ ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਨਾਲ ਜਸਟੀਫਾਈ ਕਰ ਰਿਹਾ ਕਿ
ਜਿਵੇਂ ਘਰ ਦੇ ਵਿੱਚ ਏਸੀ ਦੀ ਲੋੜ ਹੁੰਦੀ ਆ ਉਵੇਂ ਸਾਨੂੰ ਹੈਲੀਕਾਪਟਰ ਦੀ ਲੋੜ ਹੈ। ਪਰ ਉਹਨਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਏਸੀ ਦਾ ਬਿੱਲ ਤੁਸੀਂ ਆਪ ਦਿੰਦੇ ਹੋ, ਹੈਲੀਕਾਪਟਰ ਦੇ ਤੇਲ ਦਾ ਖਰਚਾ ਤੁਸੀਂ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਲੈਂਦੇ ਹੋ, ਵਿਚ ਇਜ਼ ਟੋਟਲੀ ਅਨਜਸਟੀਫਾਈਡ। ਜੇ ਤੁਸੀਂ ਹੈਲੀਕਾਪਟਰ ਯੂਜ਼ ਕਰਨਾ ਤਾਂ ਤੁਸੀਂ ਆਪਣੇ ਕੋਲੋਂ ਖਰਚਾ ਕਰੋ, ਆਪਣੇ ਕੋਲੋਂ ਕੰਮ ਮਿਨਿਸਟਰ ਕਦੋਂ ਪਰਮਜੀਤ ਜੀ ਉਹ ਆਪਣੀ ਜਗ੍ਹਾ ਠੀਕ ਨੇ ਜੀ, ਕਿਉਂਕਿ ਉਹਨਾਂ ਨੇ ਸਰਕਾਰੀ ਕੋਠੀ 'ਚ ਰਹਿਣਾ, ਉਹਨਾਂ ਨੇ ਸਰਕਾਰੀ ਖਰਚੇ ਤੇ ਰਹਿਣਾ, ਉਹਨਾਂ ਦੇ ਏਸੀ ਦਾ ਬਿੱਲ ਸਰਕਾਰ ਨਹੀਂ ਦੇਣਾ ਜੀ, ਉਹ ਲੋਕਾਂ ਦੇ ਟੈਕਸ ਨਹੀਂ ਦੇਣਾ। ਕੁਲਵੀਰ ਜੀ ਮੈਂ ਉਹੀ ਤਾਂ ਕਹਿ ਰਿਹਾ ਵੀ ਏਸੀ ਦਾ ਬਿੱਲ ਸਰਕਾਰ ਨੇ ਦੇਣਾ, ਹੈਲੀਕਾਪਟਰ ਤੇ ਦਾ ਬਿੱਲ ਤਾਂ ਨਹੀਂ ਲੋਕਾਂ ਨੇ ਦੇਣਾ ਹੈਗਾ। ਹੈਲੀਕਾਪਟਰ ਜਿੱਥੇ ਅਵਾਇਡ ਹੋ ਸਕਦਾ ਉੱਥੇ ਅਵਾਇਡ ਕਰ ਲੈਣਾ ਚਾਹੀਦਾ। ਮੈਂ ਬਾਰ-ਬਾਰ ਉਸੇ ਗੱਲ ਤੇ ਆ ਰਿਹਾ ਕਿ 1 ਮਹੀਨਾ ਸਰਕਾਰ ਨੂੰ ਬੜੇ ਨੂੰ ਹੋ ਗਏ, ਜਿੰਨੇ ਵੱਡੇ ਵਾਅਦੇ ਕੀਤੇ ਗਏ ਸੀ, ਜਿੰਨੀ ਇੰਪਲੀਮੈਂਟੇਸ਼ਨ ਦੀਆਂ ਗੱਲਾਂ ਕੀਤੀਆਂ ਗਈਆਂ ਸੀ, ਜੋ ਸ਼ੁਰੂ ਦੇ ਵਿੱਚ ਕਾਗਜ਼ੀ ਗੱਲਾਂ, ਕਿਤਾਬੀ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸੀ, ਪ੍ਰੈਕਟੀਕਲਿਟੀ ਉਹਨਾਂ ਤੋਂ ਕਿਤੇ ਨਾ ਕਿਤੇ ਜ਼ਿਆਦਾ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਹੋਰ ਅਲੱਗ ਹੁੰਦੀ ਦਿਖਦੀ ਨਜ਼ਰ ਆਏਗੀ। ਇਹ ਆਲਰੇਡੀ ਅਲੱਗ ਹੋਣੀ ਸ਼ੁਰੂ ਹੋ ਗਈ। ਮੈਂ ਬਿਲਕੁਲ ਸ਼ਾਰਟ ਦੀ ਗੱਲ ਕਰੂੰਗਾ, STF ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ 1 ਮਹੀਨੇ ਦੇ ਵਿੱਚ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿੱਤਾ ਜਾਏਗਾ। STF ਦੀ ਨੋਟੀਫਿਕੇਸ਼ਨ 2 ਦਿਨ ਪਹਿਲਾਂ ਹੋਈ ਹੈ। ਜਦੋਂ STF ਬਣੀ ਉਸ ਤੋਂ 12 ਦਿਨ ਬਾਅਦ ਉਹਦੇ ਚੀਫ ਨੇ ਜੁਆਇਨ ਕੀਤਾ। 1 ਮਹੀਨੇ ਦਾ ਅੰਕੜਾ ਹੈ ਕਿ 1277 ਕੇਸ ਦਰਜ ਹੋਏ ਨੇ ਤੇ 1468 ਅਰੈਸਟ ਹੋਏ ਨੇ। ਉਹਨਾਂ ਦੇ ਵਿੱਚ ਵੱਡਾ ਨਾਮ ਕੋਈ ਨਹੀਂ ਹੈ। ਦੱਸੋ ਮੈਨੂੰ ਕਿਸ ਤਰ੍ਹਾਂ ਖਤਮ ਹੋਏਗਾ? ਉਸ ਤੋਂ ਬਾਅਦ ਆ ਗਈ ਹੈਲੀਕਾਪਟਰ ਦੀ ਗੱਲ। ਹੈਲੀਕਾਪਟਰ ਯੂਜ਼ ਕਰਨਾ ਅੱਜ ਸਰਕਾਰ ਦੇ ਮੰਤਰੀ ਕਹਿ ਰਹੇ ਹੈਲੀਕਾਪਟਰ ਯੂਜ਼ ਕਰਨਾ ਸਾਡੀ ਮਜਬੂਰੀ ਹੈ। ਜੇ ਮਜਬੂਰੀ ਹੈ ਤਾਂ ਮੈਨੀਫੈਸਟੋ ਦੇ ਵਿੱਚ ਮਜਬੂਰੀ ਉੱਥੇ ਵੀ ਲਿਖਣਾ ਚਾਹੀਦਾ ਸੀ ਕਿ ਜੇ ਮਜਬੂਰਨ ਹੈਲੀਕਾਪਟਰ ਯੂਜ਼ ਕਰਨਾ ਪਿਆ ਤਾਂ ਕਰਾਂਗੇ, ਨਹੀਂ ਤਾਂ ਨਹੀਂ ਕਰਾਂਗੇ। ਉਸ ਤੋਂ ਬਾਅਦ ਜਿਵੇਂ ਅਸੀਂ ਪਿਛਲੇ ਡਿਬੇਟ ਦੇ ਵਿੱਚ ਜਿਹੜਾ ਬਿਹੇਵੀਅਰ ਹੈ, ਸੋਸ਼ਲ ਬਿਹੇਵੀਅਰ ਹੈ ਕਾਂਗਰਸ ਦੇ ਮੰਤਰੀਆਂ ਦਾ, ਉਹ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ। ਸੋ ਕਿਤੇ ਨਾ ਕਿਤੇ ਬਤੌਰ ਪੰਜਾਬ ਦਾ ਵੋਟਰ ਹੋਣ ਦੇ ਨਾਤੇ ਔਰ ਬਤੌਰ ਜਰਨਲਿਸਟ ਮੈਂ ਕਾਂਗਰਸ ਪਾਰਟੀ ਤੋਂ ਨਿਰਾਸ਼ ਹੋ ਰਿਹਾ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਮੈਨੂੰ ਜ਼ਿਆਦਾ ਨਿਰਾਸ਼ ਨਾ ਹੋਣਾ ਪਏ। ਸਰਕਾਰ ਨੂੰ ਸਮਾਂ ਰਹਿੰਦੇ ਇਸ ਚੀਜ਼ ਨੂੰ ਸਮਝਣਾ ਪਏਗਾ। ਮੈਂ ਫਿਰ ਉਹੀ ਗੱਲ ਤੇ ਦੁਬਾਰਾ ਆ ਰਿਹਾ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਅਖਬਾਰਾਂ ਦਾ, TV ਦਾ ਯੁੱਗ ਹੁਣ ਨਹੀਂ ਰਿਹਾ। ਸੋਸ਼ਲ ਮੀਡੀਆ ਤੇ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਕਿਸੇ ਵੀ ਲੀਡਰ ਦੀ ਕੋਈ ਗੱਲ ਹੋਈ ਉਹ ਮਿੰਟੋ ਮਿੰਟ ਜਿਹੜੀ ਫੈਲਦੀ ਹੈ ਔਰ ਗਵਰਨਮੈਂਟ ਨੂੰ ਇਹਦਾ ਜਵਾਬ ਤੇ ਬਣਨਾ ਪਏਗਾ ਲੋਕਾਂ ਦੇ ਅੱਗੇ। ਨਹੀਂ ਤਾਂ 2022 ਦੀ ਇਲੈਕਸ਼ਨ ਪੰਜਾਬ ਦੀ ਕਾਂਗਰਸ ਤੇ ਪੰਜਾਬ ਦੇ ਵਿੱਚ ਕਾਂਗਰਸ ਤੋਂ ਅੱਜ ਵੀ ਗਈ ਤੇ ਕੱਲ ਵੀ ਗਈ ਜੀ। CP ਜੀ, ਮਨਪ੍ਰੀਤ ਸਿੰਘ ਬਾਦਲ ਬੜੇ ਜ਼ੋਰ ਨਾਲ ਗੱਲ ਕਰਦੇ ਸੀ ਕਿ ਪੰਜਾਬ ਨੂੰ ਜਿਹੜਾ ਹੈ 2 ਤਰੀਕੇ ਨਾਲ ਹੀ ਬਚਾਇਆ ਜਾ ਸਕਦਾ, ਖਰਚੇ ਘਟਾਏ ਜਾਣ ਤੇ ਜਿਹੜੀ ਇਨਕਮ ਜਿਹੜੀ ਹੈਗੀ ਆ ਉਹ ਵਧਾਈ ਜਾਵੇ। ਇਨਕਮ ਵਧਾਉਣ ਵਾਸਤੇ ਤਾਂ ਉਹਨਾਂ ਨੇ ਬੰਬੇ ਦੀ ਫੇਰੀ ਲਗਾ ਦਿੱਤੀ, ਖਰਚੇ ਘਟਾਉਣ ਵਾਸਤੇ ਉਹਨਾਂ ਨੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ DTO ਦੀ ਪੋਸਟ ਖਤਮ ਕਰ ਦਿੱਤੀ, ਪਰ ਉਸ ਤੋਂ ਬਾਅਦ ਹੀ ਨਾਲ ਹੀ ਜਿਹੜੇ ਹੈਗੇ ਪ੍ਰਿੰਸੀਪਲ ਸੈਕਟਰੀ ਲਾ ਕੇ ਉਹਨੇ ਖਰਚੇ ਪੰਜਾਬ ਦੇ ਉੱਪਰ ਜ਼ਿਆਦਾ ਪਾ ਦਿੱਤੇ। ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਹੀ ਖਰਚੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਪਰ ਪੈ ਗਏ। ਉਸ ਤੋਂ ਬਾਅਦ ਹੈਲੀਕਾਪਟਰ ਦੀ ਗੱਲ ਕਰਦੇ ਸਨ, ਆਪ ਹੈਲੀਕਾਪਟਰ ਦੇ ਵਿੱਚ ਜਾਣ ਲੱਗ ਪਏ ਔਰ ਉਹਨਾਂ ਦੇ ਹੀ ਜਿਹੜੇ ਕਲੀਗ ਹੈਗੇ ਨੇ ਉਹ ਕਹਿਣ ਲੱਗ ਪਏ ਕਿ ਇਹ ਤਾਂ ਸਾਡੀ ਨੈਸੈਸਿਟੀ ਹੈਗੀ ਆ। ਕੀ ਲੱਗਦਾ ਤੁਹਾਨੂੰ ਕਿ ਮਨਪ੍ਰੀਤ ਬਾਦਲ ਜੋ ਇੱਕ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਹੋਏ ਸੀ, ਕਿ ਮਨਪ੍ਰੀਤ ਬਾਦਲ ਦੇ ਉੱਪਰ ਲੋਕ ਯਕੀਨ ਕਰਦੇ ਸੀ ਕਿ ਮਨਪ੍ਰੀਤ ਬਾਦਲ ਜੋ ਕਹਿੰਦਾ ਉਹ ਕਰੂਗਾ, ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਸਮਝਦਾ ਹੈ ਔਰ ਪੰਜਾਬ ਦੇ ਵਿੱਤੀ ਹਾਲਾਤ ਸੁਧਾਰ ਸਕਦਾ ਹੈ, ਪਰ ਉਹਨਾਂ ਦੇ ਜਿਹੜੇ ਨਾਲ ਦੇ ਉਹਨਾਂ ਦੇ ਕਲੀਗ ਹੈਗੇ ਨੇ, ਉਹਨਾਂ ਦੇ ਸਾਥੀ ਹੈਗੇ ਨੇ, ਉਹ ਜਿਹੜੇ ਹੈਗੇ ਨੇ ਉਹ ਬਿਲਕੁਲ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਈਵਨ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਪਰਵਾਹ ਨਹੀਂ ਕਰ ਰਿਹਾ ਕਿ ਪੰਜਾਬ ਦੇ ਉੱਪਰ ਕਿੰਨਾ ਵਾਧੂ ਬੋਝ ਪੈ ਰਿਹਾ। ਕੁਲਵੀਰ ਜੀ ਦੇਖੋ, ਟੀਮ ਦੇ ਵਿੱਚ ਸਾਰੇ ਮੈਂਬਰ ਇੱਕੋ ਜਿਹੇ ਨਹੀਂ ਹੁੰਦੇ, ਬਟ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਕਿਸੇ ਦਾ ਵਿਜ਼ਨ ਜਿਹੜਾ ਕਲੀਅਰ ਹੁੰਦਾ ਹੈ ਉਦੋਂ ਸ਼ਾਇਦ ਜਿਹੜੀਆਂ ਗੱਲਾਂ ਹੈਗੀਆਂ ਉਹ ਸਹੀ ਟਰੈਕ ਤੇ ਤੁਰਨ ਲੱਗ ਜਾਂਦੀਆਂ। ਬਿਲਕੁਲ ਤੁਸੀਂ ਕਿਹਾ ਕਿ ਜਦੋਂ ਮੈਨੀਫੈਸਟੋ ਦੇ ਵਿੱਚ ਇਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਤਾਂ ਉਦੋਂ ਇਹ ਚੀਜ਼ ਕਿਉਂ ਨਹੀਂ ਐਨਾਲਿਸਿਸ ਕੀਤੀ ਗਈ ਸੀ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਅਸੀਂ ਕਾਂਗਰਸ ਦੇ ਮੈਨੀਫੈਸਟੋ ਦੇ ਉੱਪਰ ਡਿਬੇਟ ਕਰ ਰਹੇ ਸੀ ਤਾਂ ਬਾਰ-ਬਾਰ ਇਹ ਚੀਜ਼ ਦੁਹਰਾ ਰਹੇ ਸੀ ਕਿ ਜੇ ਉਹ 25 ਲੱਖ ਨੌਕਰੀਆਂ ਦੀ ਗੱਲ ਕਰ ਰਹੇ ਨੇ, ਜੇ ਉਹ ਮੋਬਾਈਲ ਫੋਨ ਦੀ ਗੱਲ ਕਰ ਰਹੇ ਨੇ, ਜੇ ਉਹ ਹੋਰ ਇਦਾਂ ਦੇ ਜਿਹੜੇ ਘਰਾਂ ਦੇ ਵਿੱਚ ਇੱਕ ਨੌਕਰੀ ਦੀ ਗੱਲ ਕਰ ਰਹੇ ਨੇ, ਉਹ ਕਿਸ ਤਰ੍ਹਾਂ ਪੂਰੀ ਕੀਤੀ ਜਾਏਗੀ, ਉਸ ਦਾ ਤੁਸੀਂ ਕਹਿ ਲਓ ਕਿ ਫਰੇਮਵਰਕ ਜਾਂ ਹੋਮਵਰਕ ਨਹੀਂ ਕੀਤਾ ਗਿਆ ਸੀ। ਇਹ ਅਸੀਂ ਬਾਰ-ਬਾਰ ਡਿਸਕਸ ਕਰ ਰਹੇ ਸੀ, ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ। ਚੌਪਰ ਦੀ ਗੱਲ ਕੀਤੀ ਸੀ ਮਨਪ੍ਰੀਤ ਬਾਦਲ ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਚੱਕ ਦੇ TV ਦੀ ਟੀਮ ਨੇ ਉਹਨਾਂ ਨਾਲ ਸਪੈਸ਼ਲ ਇੱਕ 1-to-1 ਇੰਟਰਵਿਊ ਕੀਤੀ ਸੀ, ਉਦੋਂ ਵੀ ਉਹਨਾਂ ਨੇ ਇਹ ਚੀਜ਼ ਕਹੀ ਸੀ ਔਰ ਉਹਨਾਂ ਨੇ ਇੱਕ ਚੀਜ਼ ਸਪਸ਼ਟ ਹੋਰ ਕੀਤੀ ਸੀ ਕਿ ਚੌਪਰ ਦਾ ਯੂਜ਼ ਔਰ ਕਰਾਂਗੇ ਲੇਕਿਨ ਉਹਦਾ ਮਿਸਯੂਜ਼ ਨਹੀਂ ਕਰਾਂਗੇ। ਸੋ ਇਹ ਚੀਜ਼ ਆਪਸ ਦੇ ਵਿੱਚ ਦੋਨੇ ਅਲੱਗ-ਅਲੱਗ ਹੈ। ਤੁਸੀਂ ਕਹਿ ਰਹੇ ਹੋ ਕਿ ਚੌਪਰ ਜਿਹੜਾ ਹੈ ਬਰੀਕ ਲਾਈਨ ਹੈ ਜੀ ਯੂਜ਼ ਔਰ ਮਿਸਯੂਜ਼ ਦੇ ਵਿੱਚ। ਇਹ ਆਪਣੀ ਕਹਿ ਲਓ ਕਿ ਤੁਹਾਡੀ ਸੋਚ ਆ ਕਿ ਤੁਹਾਨੂੰ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹਨੂੰ ਤੁਸੀਂ ਦੁਰਵਰਤੋਂ ਕਹਿਣਾ ਕਿ ਇਹਨੂੰ ਵਰਤੋਂ ਕਹਿਣਾ। ਨਹੀਂ, ਪਰ ਕੁਲਵੀਰ ਜੀ ਦੇਖੋ, ਪਰਸਨਲ ਚੀਜ਼ ਵਾਸਤੇ ਜਦੋਂ ਸਰਕਾਰੀ ਤੰਤਰ ਅਸੀਂ ਯੂਜ਼ ਕਰਦੇ ਆ ਤਾਂ ਉਹ ਮਿਸਯੂਜ਼ ਹੀ ਕਹਾਇਆ ਜਾਂਦਾ ਹੈ।
ਜਿਹੜਾ ਕਿ ਪਿਛਲੀ ਗਵਰਨਮੈਂਟ ਵੱਲੋਂ ਮੈਕਸਿਮਮ ਕੀਤਾ ਗਿਆ ਸੀਗਾ। ਸ਼ਾਇਦ ਇਸ ਵਾਰ ਦੇਖੋ ਜਦੋਂ ਮਨਪ੍ਰੀਤ ਬਾਦਲ ਨੇ ਬਿਆਨ ਦਿੱਤਾ ਸੀ ਤਾਂ ਉਹਦੇ ਵਿੱਚ ਇੱਕ ਚੀਜ਼ ਅਸੀਂ ਨਾ ਭੁੱਲੀਏ ਕਿ ਚੌਪਰ ਦਾ ਯੂਜ਼ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਇੱਕ ਮਿਨਿਸਟਰ ਨੇ ਚੰਡੀਗੜ੍ਹ ਤੋਂ ਇਮੀਡੀਏਟ ਪਠਾਨਕੋਟ ਜਾਣਾ ਹੈ, ਉਸ ਤੋਂ ਬਾਅਦ ਫਿਰ ਅਗੇਨ ਚੰਡੀਗੜ੍ਹ ਆ ਕੇ ਕੋਈ ਮੀਟਿੰਗ ਆਪਣੀ ਅਟੈਂਡ ਕਰਨੀ ਹੈ, ਤਾਂ ਉਦੋਂ ਇਹ ਚੀਜ਼ਾਂ ਨੈਸੈਸਿਟੀ ਬਣ ਜਾਂਦੀਆਂ। ਜਦੋਂ ਅਸੀਂ ਇਸ ਦਾ ਮਿਸਯੂਜ਼ ਕਰਦੇ ਹਾਂ, ਆਪਣੇ ਪਰਸਨਲ ਕੰਮਾਂ ਲਈ ਯੂਜ਼ ਕਰਦੇ ਹਾਂ ਜਾਂ ਹਰ ਇੱਕ ਫੇਰੀ ਵਾਸਤੇ ਅਸੀਂ ਇਹਦਾ ਯੂਜ਼ ਕਰਦੇ ਹਾਂ, ਉਦੋਂ ਇਹ ਮਿਸਯੂਜ਼ ਕਹਾ ਜਾਂਦਾ ਹੈ। ਸੋ ਕਿਤੇ ਨਾ ਕਿਤੇ ਜਿਵੇਂ ਪ੍ਰਭਮੀਤ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਤਾਂ ਸੋਸ਼ਲ ਮੀਡੀਆ ਦਾ ਜੇ ਅਗਰ ਯੁੱਗ ਹੈ ਤਾਂ ਸਾਨੂੰ ਇੱਕ ਚੀਜ਼ ਹੋਰ ਯਾਦ ਰੱਖਣੀ ਚਾਹੀਦੀ ਹੈ ਕਿ ਟ੍ਰੈਂਡ ਵੀ ਬਿਲਕੁਲ ਚੇਂਜ ਹੋ ਰਿਹਾ, ਕੰਮ ਇੰਨੀ ਜਲਦੀ ਇਨਸਟੈਂਟ ਕਰਨੇ ਪੈ ਰਹੇ ਨੇ। ਕਈ ਵਾਰ ਤਾਂ ਇੱਕ ਦਿਨ ਦੇ ਵਿੱਚ 10-10 ਮੀਟਿੰਗਸ ਕਰਨ ਵਾਸਤੇ ਮਿਨਿਸਟਰ ਨੂੰ ਘੁੰਮਣਾ ਪੈਂਦਾ ਹੈ। ਤੁਸੀਂ ਕਾਂਗਰਸ ਵੱਲੋਂ ਹੈਲੀਕਾਪਟਰ ਦੀ ਵਰਤੋਂ ਦੇ ਉੱਪਰ ਸਹਿਮਤ ਹੋ? ਮੈਨੂੰ ਲੱਗ ਰਿਹਾ ਮੈਂ ਹੈਲੀਕਾਪਟਰ ਦੀ ਵਰਤੋਂ ਤੱਕ ਉਦੋਂ ਤੱਕ ਸਹਿਮਤ ਹੈ ਜਦੋਂ ਉਹ ਪ੍ਰੋਪਰ ਯੂਜ਼ ਕੀਤਾ ਜਾਵੇ ਕਿਸੇ ਗਵਰਨਮੈਂਟ ਦੇ ਕੰਮ ਵਾਸਤੇ। ਔਰ ਉਹਦੀ ਵਰਤੋਂ ਹੋ ਰਹੀ ਹੈ, ਇਹਨੂੰ ਜਸਟੀਫਾਈ ਉਹਨਾਂ ਨੂੰ, ਇਹਨੂੰ ਤਾਂ ਹਮੇਸ਼ਾ ਉਹ ਜਸਟੀਫਾਈ ਕਰਨਗੇ ਕਿ ਅਕਾਲੀ ਕਹਿੰਦੇ ਸੀ ਅਸੀਂ ਦੁਰਵਰਤੋਂ ਕਰਦੇ ਆ, ਨਾ ਹੀ ਕਾਂਗਰਸੀ ਕਹਿਣਗੇ ਅਸੀਂ ਦੁਰਵਰਤੋਂ ਕਰਦੇ ਆ। ਕੁਲਵੀਰ ਜੀ ਅਕਾਲੀ ਨਹੀਂ ਕਹਿੰਦੇ ਸੀ, ਲੇਕਿਨ ਤੁਸੀਂ ਅਗਰ ਉਹਨਾਂ ਦਾ ਬਿੱਲ ਦੇਖੋ, ਅਸੀਂ ਉੱਤੇ ਵੀ ਡਿਸਕਸ ਕੀਤਾ ਸੀਗਾ ਕਿ ਚੌਪਰ ਦਾ ਜਿਹੜਾ ਬਿੱਲ ਹੈ ਸੁਖਬੀਰ ਬਾਦਲ ਦਾ, ਉਹ ਕਿਹੜਾ ਕਿਵੇਂ ਕਿੱਥੇ ਆਇਆ, ਉਸ ਚੀਜ਼ ਨੂੰ ਤਾਂ ਅਸੀਂ ਡਿਸਕਸ ਕਰ ਹੀ ਸਕਦੇ ਹਾਂ ਨਾ। ਜੇ ਅਸੀਂ ਇਹਦਾ ਬਿਲਕੁਲ ਹੀ ਚੌਪਰ ਦਾ ਯੂਜ਼ ਬੰਦ ਕਰ ਦਾਂਗੇ ਤਾਂ ਸ਼ਾਇਦ ਮੇਰੇ ਹਿਸਾਬ ਨਾਲ ਪਰਸਨਲੀ, ਦੇਖੋ ਹੋਰ ਕੋਈ ਐਗਰੀ ਕਰੇ ਨਾ ਕਰੇ, ਸਰਕਾਰ ਦੀ ਐਕਟੀਵਿਟੀ ਦੇ ਉੱਪਰ ਜ਼ਰੂਰ ਡਿਲੇ ਆਉਂਦਾ ਹੈ। ਉਸ ਡਿਲੇ ਨੂੰ ਖਤਮ ਕਰਨ ਵਾਸਤੇ ਇੱਕ ਨੈਸੈਸਿਟੀ ਹੈ ਅੱਜ ਦੀ ਟਾਈਮ ਦੇ ਵਿੱਚ, ਇਸ ਨੂੰ ਓਮਿਟ ਨਾ ਕੀਤਾ ਜਾਵੇ, ਇਸ ਨੂੰ ਈਵਨ ਰੈਗੂਲਰਾਈਜ਼ ਕਰਕੇ ਯੂਜ਼ ਕੀਤਾ ਜਾਵੇ। ਮੈਂ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ, ਅਗਰ ਨੈਸੈਸਿਟੀ ਹੈ ਤਾਂ ਯੂਜ਼ ਹੋਣਾ ਵੀ ਚਾਹੀਦਾ, ਪਰ ਲੋਕਾਂ ਨਾਲ ਵਾਅਦੇ ਜਿਹੜੇ ਹੈਗੇ ਆ ਉਹ ਵੀ ਜਿਹੜੇ ਹੈਗੇ ਨੇ ਉਹੀ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਨਿਭਾ ਸਕਦੇ ਹੋ। ਸ਼ਬਦੀਪ ਜੀ। ਜੀ ਮੈਂ ਜਿਵੇਂ ਉਹਨਾਂ ਦੀ ਇਸ ਨਾਅਰੇਬਾਜ਼ੀ ਤੋਂ, ਮੈਨੀਫੈਸਟੋ ਤੋਂ, ਉਹਨਾਂ ਦੇ ਐਲਾਨਾਂ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਸੀ। ਉਹਨਾਂ ਦੇ ਅਮਲ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਨਿਰਉਤਸ਼ਾਹਿਤ ਵੀ ਨਹੀਂ ਹਾਂ, ਕਿਉਂਕਿ ਮੈਂ ਕਾਂਗਰਸ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੂੰ ਨੀਤੀਗਤ ਆਧਾਰ ਦੇ ਉੱਤੇ ਕੋਈ ਬਹੁਤ ਵੱਖਰੀ ਪਾਰਟੀ ਨਹੀਂ ਸਮਝਦਾ। ਇਹਨਾਂ ਦੇ ਕਲਚਰ ਦੇ ਵਿੱਚ ਕੋਈ ਬਹੁਤ ਵੱਡਾ ਵਖਰੇਵਾਂ ਨਹੀਂ ਹੈ। ਪਰਸਨਲੀ ਕਿਸੇ ਦੇ ਬੰਦੇ ਦੀ ਤੁਸੀਂ ਸਾਦਗੀ ਦੀ ਗੱਲ ਕਰ ਸਕਦੇ ਹੋ, ਪਰਸਨਲੀ ਕਿਸੇ ਦੀ ਸ਼ਾਹੀ ਠਾਠ ਦੀ ਗੱਲ ਕਰ ਸਕਦੇ ਹੋ, ਇਹ ਤੁਹਾਨੂੰ ਸਾਰੀਆਂ ਪਾਰਟੀਆਂ ਦੇ ਵਿੱਚ ਮਿਲ ਜਾਣਗੇ। ਔਰ ਉਹਦੇ ਤੋਂ ਬਿਨਾਂ ਕੋਈ ਬਹੁਤ ਵੱਡਾ ਵਖਰੇਵਾਂ ਨੀਤੀਗਤ ਪੱਧਰ ਦੇ ਉੱਤੇ ਬਿਲਕੁਲ ਵੀ ਇਹਨਾਂ ਦੇ ਵਿੱਚ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਬੜਾ ਸਾਦਗੀ ਵਾਲਾ ਜੀਵਨ ਜਿਉਂਦੇ ਸਨ, ਪਰ ਉਹ ਕਾਰਪੋਰੇਟ ਜਗਤ ਦੇ ਸੇਵਾਦਾਰ ਬਣ ਕੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ। ਪੰਜਾਬ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਮੈਂ ਛੋਟਾ ਮਨਮੋਹਨ ਸਿੰਘ ਇਸ ਪੱਖ ਤੋਂ ਕਹਿਣਾ ਚਾਹਾਂਗਾ ਕਿ ਉਹ ਮਨਮੋਹਨ ਸਿੰਘ ਵਾਂਗ ਬਹੁਤ ਸਾਦਗੀ ਨਾਲ ਜੀਣਾ ਚਾਹੁੰਦੇ ਨੇ, ਪਰ ਉਹਨਾਂ ਦਾ ਜਿਹੜਾ ਟੋਟਲ ਏਜੰਡਾ ਵਾ ਉਹ ਉਸੇ ਕਾਰਪੋਰੇਟ ਜਗਤ ਨੂੰ ਹਵਾ ਦੇਣਾ ਵਾ। ਇਹਦੇ ਉਲਟ ਤੁਸੀਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਹਿ ਸਕਦੇ ਹੋ ਕਿ ਉਹ ਸ਼ਾਹੀ ਠਾਠ ਦੇ ਨਾਲ ਜੀਣਾ ਚਾਹੁੰਦੇ ਆ। ਜੇ ਮਨਪ੍ਰੀਤ ਸਿੰਘ ਬਾਦਲ ਇਹ ਕਵੇ ਕਿ ਮੇਰੇ ਪੰਜਾਬ ਦੇ ਲੋਕਾਂ ਕੋਲੇ ਕਿਉਂਕਿ ਸ਼ਾਹੀ ਠਾਠ ਜੋਗੇ ਸਾਧਨ ਨਹੀਂ ਆ, ਇਸ ਕਰਕੇ ਸਾਨੂੰ ਮੰਤਰੀਆਂ ਨੂੰ ਵੀ ਸਾਦਗੀ ਦੇ ਨਾਲ ਜੀਣਾ ਚਾਹੀਦਾ, ਤਾਂ ਮੈਨੂੰ ਲੱਗੂਗਾ ਉਹ ਚੰਗੀ ਗੱਲ ਕਹਿ ਰਿਹਾ। ਇਹਦੇ ਉਲਟ ਜੇ ਕੈਪਟਨ ਅਮਰਿੰਦਰ ਸਿੰਘ ਕਹੇਗਾ ਕਿ ਮੈਂ ਸ਼ਾਹੀ ਠਾਠ ਦੇ ਨਾਲ ਜੀਣਾ ਪਸੰਦ ਕਰਦਾ ਤੇ ਮੈਂ ਇੰਨੇ ਸਾਧਨ ਪੰਜਾਬ ਦੇ ਲੋਕਾਂ ਲਈ ਵੀ ਪੈਦਾ ਕਰਨੇ ਚਾਹੁੰਦਾ ਕਿ ਉਹ ਸਾਰਾ ਪੰਜਾਬ ਹੀ ਸ਼ਾਹੀ ਠਾਠ ਦੇ ਨਾਲ ਜੀਣਾ ਦਾ ਯੋਗ ਹੋ ਸਕੇ, ਤੇ ਮੈਂ ਕਹਾਂਗਾ ਕੈਪਟਨ ਅਮਰਿੰਦਰ ਸਿੰਘ ਵੀ ਠੀਕ ਹੈ। ਪਰ ਸਵਾਲ ਤਾਂ ਇਹ ਹੈ ਕਿ ਜਦੋਂ ਉਹ ਇਹ ਕਹਿੰਦਾ ਵਾ ਕਿ ਉਹ ਸ਼ਾਹੀ ਠਾਠ ਪੰਜਾਬ ਦੇ ਲੋਕਾਂ ਲਈ ਪੈਦਾ ਕਰਨ ਦੇ ਵਿੱਚ ਰੋਲ ਪਲੇ ਕਰ ਰਿਹਾ ਕਿ ਕਾਰਪੋਰੇਟ ਜਗਤ ਦੀ ਸੇਵਾ ਕਰ ਰਿਹਾ। ਇਸ ਕਰਕੇ ਜਿਹੜੇ ਲੋਕਾਂ ਨੇ ਕਾਰਪੋਰੇਟ ਜਗਤ ਦੀ ਸੇਵਾ ਕਰਨੀ ਹੈ ਉਹ ਆਪਣੇ ਜਹਾਜ਼ਾਂ ਦੇ ਇਸਤੇਮਾਲ ਨੂੰ ਮਿਸਯੂਜ਼ ਤੇ ਬਿਲਕੁਲ ਜਸਟੀਫਾਈਡ ਯੂਜ਼ ਦੇ ਤੌਰ ਦੇ ਉੱਤੇ ਬੜੀ ਆਸਾਨੀ ਦੇ ਨਾਲ ਪੇਸ਼ ਕਰ ਲੈਣਗੇ। ਮੇਰੇ ਸਾਹਮਣੇ ਵੱਡੀ ਸਮੱਸਿਆ ਇਹ ਨਹੀਂ ਹੈ, ਮੇਰੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਕੀ ਜਦੋਂ ਤੁਸੀਂ ਲਾਲ ਬੱਤੀ ਉਤਾਰ ਦਿੱਤੀ ਹੈ, ਲਾਲ ਬੱਤੀ ਤਾਂ ਉਤਰ ਗਈ, ਮੈਨੂੰ ਲਾਲ ਬੱਤੀ ਕਿਸੇ ਗੱਡੀ ਦੇ ਉੱਤੇ ਨਜ਼ਰ ਨਹੀਂ ਆਉਂਦੀ, ਪਰ ਜੇ ਲਾਲ ਬੱਤੀ ਲਾਏ ਬਿਨਾਂ ਇੱਕ ਕਾਫਲਾ ਚੱਲਦਾ ਵਾ ਤੇ ਹਰ ਲਾਈਟਾਂ ਦੇ ਉੱਤੇ ਮੈਨੂੰ ਸਕੂਟਰ ਚਲਾਉਂਦੇ ਨੂੰ ਜਾਂ ਮੈਨੂੰ ਗੱਡੀ ਚਲਾਉਂਦੇ ਨੂੰ ਸਾਹਮਣੇ ਤੋਂ ਪੁਲਿਸ ਵਾਲੇ ਸਾਈਡ ਦੇ ਉੱਤੇ ਕਰਦੇ ਨੇ ਕਿਉਂਕਿ ਮੰਤਰੀ ਨੇ ਲੰਘਣਾ, ਹਾਲਾਂਕਿ ਉਹਨੇ ਲਾਲ ਬੱਤੀ ਨਹੀਂ ਲਾਈ ਹੋਈ, ਤੇ ਫਿਰ ਕਲਚਰ 'ਚ ਕੀ ਫਰਕ ਪੈ ਗਿਆ ਸਵਾਏ ਇੱਕ ਲਾਲ ਬੱਤੀ ਦੇ ਮੰਨਫੀ ਹੋਣ ਤੋਂ। ਸਵਾਲ ਉਸ ਪੂਰੀ ਦੀ ਪੂਰੀ ਮਨੋਦਸ਼ਾ ਨੂੰ ਤਬਦੀਲ ਕਰਨ ਦਾ। ਔਰ ਮੈਂ ਕੋਈ ਐਡਾ ਉਤਸ਼ਾਹਿਤ ਨਹੀਂ ਹਾਂ ਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਮਨੋਦਸ਼ਾ ਦੇ ਪੱਧਰ ਦੇ ਉੱਤੇ ਇਸ ਗੱਲ ਨੂੰ ਤਬਦੀਲ ਕਰ ਲੈਣਗੇ। ਮੈਂ ਪਿਛਲੇ ਪ੍ਰੋਗਰਾਮ ਦੇ ਪਹਿਲੇ ਆਪਣੇ ਹਿੱਸੇ ਦੇ ਵਿੱਚ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਸਿੱਕੀ ਦੇ ਸਵਾਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਜੱਟ ਇਦਾਂ ਕਰਦੇ ਹੀ ਹੁੰਦੇ ਨੇ, ਤਾਂ ਮੈਨੂੰ ਲੱਗਦਾ ਇਹ ਗੱਲ ਰਾਜਸਥਾਨ 'ਚ ਕੋਈ ਬੰਦਾ ਇਹ ਵੀ ਕਹਿ ਸਕਦਾ ਕਿ ਰਾਜਪੂਤ ਭਾਈ ਇਦਾਂ ਕਰਦੇ ਹੀ ਹੁੰਦੇ ਨੇ, ਹਰਿਆਣੇ ਦੇ ਵਿੱਚ ਕੋਈ ਕਹਿ ਸਕਦਾ ਕਿ ਕੋਈ ਗੱਲ ਨਹੀਂ ਜਾਟ ਇਦਾਂ ਕਰਦੇ ਹੀ ਹੁੰਦੇ ਨੇ। ਇਸ ਕਰਕੇ ਅਸੀਂ ਇਸ ਗੱਲ ਨੂੰ
ਜਸਟੀਫਾਈ ਕਰਨ ਦੇ ਲਈ ਤਾਂ ਵੀ ਬਹਾਨੇ ਲੱਭੇ ਜਾ ਸਕਦੇ ਨੇ। ਸਵਾਲ ਮਨੋਦਸ਼ਾ ਨੂੰ ਤਬਦੀਲ ਕਰਨ ਦਾ, ਔਰ ਕਾਂਗਰਸ ਮਨੋਦਸ਼ਾ ਨੂੰ ਤਬਦੀਲ ਕਰ ਲਵੇਗੀ। ਮੈਂ ਇਸ ਗੱਲ ਦੀ ਨਾ ਕਦੇ ਉਤਸ਼ਾਹਤ ਸੀ ਤੇ ਨਾ ਮੈਂ ਹੁਣ ਕੋਈ ਬਹੁਤ ਜ਼ਿਆਦਾ ਨਿਰਉਤਸ਼ਾਹਤ ਹਾਂ। ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਜੱਜ ਕਰਨਾ ਆ ਜਾਣਾ ਚਾਹੀਦਾ ਕਿ ਉਹਨਾਂ ਨੇ ਇਹਨਾਂ ਨੂੰ ਸਮਝਣਾ ਕਿਵੇਂ ਆ, ਤਾਂ ਕਿ ਉਹ ਉਤਸ਼ਾਹਤ ਤੇ ਨਿਰਉਤਸ਼ਾਹਤ ਹੋ ਕੇ VOTING ਨਾ ਕਰਨ, ਬਲਕਿ ਉਹਨਾਂ ਦੀਆਂ ਅਸਲ ਜੋ ਅਸਲਾ ਹੈ ਉਹਨੂੰ ਪਛਾਣਦੇ ਹੋਏ VOTING ਕਰਨ। ਜੀ ਦੂਸਰਾ ਜਿਹੜਾ ਮੈਂ ਸਵਾਲ ਆ, ਮੈਂ ਡਰੱਗ ਵਾਲੇ ਸਵਾਲ ਤੇ ਜਾਣ ਤੋਂ ਪਹਿਲਾਂ ਚਾਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪਿਛਲੀ ਵਾਰ ਬਾਦਲ ਸਰਕਾਰ ਵੱਲੋਂ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ, ਉਹਦੀ ਰਿਪੋਰਟ ਵੀ ਆਈ ਪਰ ਉਹ ਨਸ਼ਰ ਨਹੀਂ ਕੀਤੀ ਗਈ, ਉਹ ਸਾਹਮਣੇ ਨਹੀਂ ਆਈ ਔਰ ਉਸ ਰਿਪੋਰਟ ਤੋਂ ਜਿਹੜਾ ਹੈ ਕੋਈ ਵੀ ਸੰਤੁਸ਼ਟ ਨਹੀਂ ਸੀ। ਉਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੀ ਊਣਤਾਈਆਂ ਵੀ ਸਨ ਔਰ ਕੈਪਟਨ ਸਰਕਾਰ ਦੇ ਉੱਪਰ ਵੀ ਇਹ ਦਬਾਅ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀਆਂ ਮਾਫ ਕਰਨਾ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਉਹਨਾਂ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੈ ਰਿਜ਼ਲਟ ਜ਼ਰੂਰ ਦੇਵੇ, ਗ੍ਰਿਫਤਾਰੀਆਂ ਜ਼ਰੂਰ ਕਰੇ। ਔਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ 14 ਅਕਤੂਬਰ ਨੂੰ 2015 ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ ਗੋਲੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਵੀ ਕਰਤਾ ਗਿਆ ਸੀ, ਉਹ ਵੀ ਇਨਕੁਆਇਰੀ ਜਿਹੜੀ ਸੀ ਬਹੁਤ ਜ਼ਰੂਰੀ ਸੀ। ਉਹ ਸਾਰੇ ਦੀ ਸਾਰੀ ਇਨਕੁਆਇਰੀ ਜਿਹੜੀ ਸੀ ਜੋਰਾ ਸਿੰਘ ਕਮਿਸ਼ਨ ਨੇ ਕੀਤੀ ਸੀ, ਪਰ ਉਹਨੂੰ ਜਿਹੜਾ ਹੈ ਕੈਪਟਨ ਸਾਹਿਬ ਨੇ ਔਰ ਕੈਪਟਨ ਸਾਹਿਬ ਦੀ ਸਰਕਾਰ ਨੇ ਰੱਦ ਕਰ ਦਿੱਤਾ ਤੇ ਜਸਟਿਸ ਰਣਜੀਤ ਸਿੰਘ ਜੋ ਕਿ ਰਿਟਾਇਰਡ ਨੇ ਉਹਨਾਂ ਦਾ ਇੱਕ ਹੋਰ ਕਮਿਸ਼ਨ ਬਣਾ ਦਿੱਤਾ। 6 ਮਹੀਨੇ ਦਾ ਸਮਾਂ ਜਿਹੜਾ ਹੈ ਇਸ ਨਵੇਂ ਕਮਿਸ਼ਨ ਨੂੰ ਵੀ ਦੇ ਦਿੱਤਾ ਗਿਆ। ਜੇ ਆਪਾਂ ਸਿੱਧਾ ਕਹੀਏ ਤੇ ਪੰਜਾਬ ਸਰਕਾਰ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸਾਂ ਦੇ ਮਾਮਲੇ ਦੇ ਵਿੱਚ 6 ਮਹੀਨੇ ਹੋਰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਗੀਤਾ ਅਤੇ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਹੋਈ ਸੀ ਪੰਜਾਬ ਦੇ ਵਿੱਚ ਉਹਦੀ ਇਨਕੁਆਇਰੀ ਵੀ ਜਸਟਿਸ ਰਣਜੀਤ ਸਿੰਘ ਨੂੰ ਦਿੱਤੀ ਗਈ ਹੈ ਔਰ ਬਾਈਬਲ ਕਲਾ ਕਾਂਡ ਦੀ ਇਨਕੁਆਇਰੀ ਵੀ ਜਿਹੜੀ ਹੈਗੀ ਹੈ ਜਸਟਿਸ ਰਣਜੀਤ ਸਿੰਘ ਹੋਣਾ ਨੂੰ ਦੇ ਦਿੱਤੀ ਗਈ ਹੈ। 6 ਮਹੀਨੇ ਦਾ ਸਮਾਂ ਦੁਬਾਰਾ ਕਾਂਗਰਸ ਸਰਕਾਰ ਨੇ ਕਮਿਸ਼ਨ ਨੂੰ ਦੇ ਦਿੱਤਾ ਗਿਆ। ਗੱਲਬਾਤ ਸ਼ੁਰੂ ਕਰੂੰਗਾ CP ਸਿੰਘ ਜੀ ਤੋਂ। ਜੀ ਬਹੁਤ ਵੱਡਾ ਮੁੱਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਨੂੰ ਲੈ ਕੇ। ਜੇ ਮੈਂ 2 ਸਾਲਾਂ ਦੀ ਗੱਲ ਕਰਾਂ ਤਾਂ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਕੇਸ ਪੁਲਿਸ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਨੂੰ ਲੈ ਕੇ ਰਜਿਸਟਰਡ ਹੋਏ ਨੇ ਉਹਨਾਂ ਦਾ ਜਿਹੜਾ ਨੰਬਰ ਆ ਉਹ 100 ਤੋਂ ਜ਼ਿਆਦਾ ਹੈ। 100 ਤੋਂ ਜ਼ਿਆਦਾ ਕੇਸ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਆਏ ਨੇ ਪਿਛਲੇ 2 ਸਾਲਾਂ ਦੇ ਵਿੱਚ। ਅਗਰ ਪੁਲਿਸ ਦੀ ਕਾਰਗੁਜ਼ਾਰੀ ਦੀ ਅਸੀਂ ਗੱਲ ਕਰੀਏ ਤਾਂ ਸਿਰਫ ਤੇ ਸਿਰਫ 50% ਕੇਸਾਂ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜਾਂ ਕੁਝ ਗ੍ਰਿਫਤਾਰੀਆਂ ਹੋਈਆਂ ਹਨ। 50% ਕੇਸ ਬਿਲਕੁਲ ਹੀ ਜਿਹੜੇ ਆ ਪੁਲਿਸ ਦੇ ਆਪਾਂ ਕਹਿ ਸਕਦੇ ਕੰਟਰੋਲ ਵਿੱਚ ਨਹੀਂ ਹਨ ਜਾਂ ਪੁਲਿਸ ਨੂੰ ਉਹਨਾਂ ਬਾਰੇ ਕੋਈ ਖਬਰ ਨਹੀਂ ਹੈ। ਕੈਪਟਨ ਸਾਹਿਬ ਨੇ ਨਵਾਂ ਕਮਿਸ਼ਨ ਬਣਾ ਕੇ ਕੀ ਲੱਗਦਾ ਤੁਹਾਨੂੰ ਕਿ ਵਾਕਿਆ ਹੀ ਸਿੰਸੀਅਰ ਕਦਮ ਚੁੱਕਿਆ ਕਿ ਉਹ ਚਾਹੁੰਦੇ ਨੇ ਕਿ ਬੇਅਦਬੀ ਦੇ ਜਿੰਨੇ ਵੀ ਕੇਸ ਹੋਏ ਨੇ ਉਹਨਾਂ ਨੂੰ ਸੋਲਵ ਕਰ ਲਿਆ ਜਾਵੇ, ਜਾਂ ਆਪਣੀ ਜਾਨ ਛਡਾਉਣ ਵਾਸਤੇ 6 ਮਹੀਨਿਆਂ ਵਾਸਤੇ ਉਹਨਾਂ ਨੇ ਇੱਕ ਕਮਿਸ਼ਨ ਬਣਾ ਦਿੱਤਾ ਜਿੱਦਾਂ ਪਿਛਲੀ ਸਰਕਾਰ ਵੱਲੋਂ ਜੋਰਾ ਸਿੰਘ ਦਾ ਕਮਿਸ਼ਨ ਬਣਾਇਆ ਸੀ। ਔਰ ਇੰਡੀਆ ਦੇ ਵਿੱਚ ਜੇ ਆਪਾਂ ਕਮਿਸ਼ਨਾਂ ਦੀ ਗੱਲ ਕਰੀਏ ਤਾਂ ਕਮਿਸ਼ਨ ਬਣਦੇ ਹੀ ਰਹਿੰਦੇ ਨੇ, ਰਿਪੋਰਟਾਂ ਵੀ ਆਉਂਦੀਆਂ ਰਹਿੰਦੀਆਂ ਪਰ ਹੱਲ ਕਦੀ ਨਹੀਂ ਮਿਲਦਾ। ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ? ਕੁਲਵੀਰ ਜੀ, ਇੱਕ ਇੰਗਲਿਸ਼ ਦੇ ਵਿੱਚ ਅਖਾਣ ਹੈ ਕਿ ਡਿਲੇ ਇਜ਼ ਦ ਡੈਡਲੀਐਸਟ ਫਾਰਮ ਆਫ ਡੈਨੀਅਲ। ਜਦੋਂ ਅਸੀਂ ਕਿਸੇ ਚੀਜ਼ ਨੂੰ ਪ੍ਰੋਪਰ ਲੱਗਦਾ ਹੋਵੇ ਸਾਨੂੰ ਕਿ ਅਸੀਂ ਇਹ ਚੀਜ਼ ਦੇ ਵਿੱਚ ਨਹੀਂ ਕੁਝ ਤਹਿ ਤੱਕ ਪਹੁੰਚ ਪਾਵਾਂਗੇ ਜਾਂ ਇਸ ਨੂੰ ਡਿਲੇ ਕਰ ਦੋ ਤਾਂ ਕਿ ਹੌਲੀ ਹੌਲੀ ਕਰਕੇ ਇਹ ਚੀਜ਼ ਜਿਹੜੀ ਹੈ ਲੋਕਾਂ ਦੇ ਜ਼ਿਹਨ ਚੋਂ ਨਿਕਲ ਹੀ ਜਾਵੇ। ਪਰ ਇੱਥੇ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜ਼ੋਰਾ ਸਿੰਘ ਪੈਨਲ ਜਦੋਂ ਬਣਾਇਆ ਗਿਆ ਸੀ ਉਦੋਂ ਬਹੁਤ ਕਿਆਸ ਲਾਈਆਂ ਜਾ ਰਹੀਆਂ ਸੀ ਕਿ ਇਸ ਕੇਸਿਸ ਦੇ ਵਿੱਚ, ਇਸ ਸੈਕਟਰਲੇਜ ਕੇਸਿਸ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਡੀਪ ਰੂਟ ਤੱਕ ਜਾਏਗੀ। ਲੇਕਿਨ ਬੜੀ ਦੇਖੋ ਪੰਜਾਬ ਵਾਸਤੇ ਫਿਰ ਮੈਂ ਕਹੂੰਗਾ ਇੱਕ ਦੁਖਾਂਤ ਹੈ ਕਿ ਇਦਾਂ ਦੇ ਕਮਿਸ਼ਨ ਬਣਦੇ ਨੇ। ਕਮਿਸ਼ਨ ਆਪਣੀ ਪੂਰੀ ਪੈਰਵਾਈ ਕਰਦਾ ਹੈ, ਕਾਰਵਾਈ ਕਰਦਾ ਹੈ, ਇਨਵੈਸਟੀਗੇਸ਼ਨਸ ਕਰਦਾ ਹੈ। ਉਸ ਤੋਂ ਬਾਅਦ ਨਵੀਆਂ ਸਰਕਾਰਾਂ, ਨਵੀਆਂ ਹਕੂਮਤਾਂ ਜਦੋਂ ਚੇਂਜ ਹੋ ਜਾਂਦੀ ਹੈ ਤਾਂ ਉਸ ਪੈਨਲ ਨੂੰ ਰੱਦ ਕਰ ਦਿੱਤਾ ਜਾਂਦਾ ਔਰ ਰੱਦ ਕਰਕੇ ਇੱਕ ਨਵਾਂ ਜਿਹੜੀ ਕੋਈ ਨਵੀਂ ਆਪਣੇ ਤਰੀਕੇ ਦੇ ਹਿਸਾਬ ਨਾਲ ਆਪਣੇ ਬੰਦੇ ਉਹਦੇ ਵਿੱਚ ਇਨਵੋਲਵ ਕਰਕੇ ਲੋਕਾਂ ਨੂੰ ਯਕੀਨ ਦਿਲਾਉਣ ਵਾਸਤੇ ਇੱਕ ਨਵਾਂ ਪੈਨਲ ਗਠਿਤ ਕਰ ਦਿੱਤਾ ਜਾਂਦਾ ਹੈ। ਉਹਨੂੰ ਵੀ 6 ਮਹੀਨੇ ਦਿੱਤੇ ਜਾਂਦੇ ਨੇ ਔਰ 6 ਮਹੀਨੇ ਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਇਹ ਹੈ ਕੁਲਵੀਰ ਜੀ ਕਿ ਇਨਸੀਡੈਂਟ ਹੋਏ ਨੂੰ ਕਿੰਨੀ ਦੇਰ ਹੋ ਗਈ। ਅਕਤੂਬਰ 2015 ਦਾ ਇਨਸੀਡੈਂਟ ਹੋਇਆ ਔਰ ਉਸ ਨੂੰ 2 ਸਾਲ ਤਕਰੀਬਨ ਅਕਤੂਬਰ ਦੇ ਵਿੱਚ ਹੋ ਜਾਣਗੇ। ਉਸ 2 ਸਾਲ ਦੇ ਟੈਨਿਓਰ ਦੇ ਵਿੱਚ ਕੀ ਕੁਝ ਉੱਥੇ ਚੇਂਜ ਆਇਆ,
ਕੀ ਪੁਲਿਸ ਨੇ ਉਹਨਾਂ ਦੇ ਬਿਆਨ ਵਗੈਰਾ ਲਿੱਤੇ ਹੋਏ ਨੇ, ਕੀ ਉਹ ਬਿਆਨਾਂ ਨੂੰ ਕਿਸ ਤਰ੍ਹਾਂ ਮੋਲਡ ਕੀਤਾ ਹੋਇਆ ਹੈ, ਮਤਲਬ ਕੀ ਕੁਝ ਹੋਇਆ ਇਹ ਕੁਝ ਵੀ ਨਹੀਂ ਦੱਸ ਸਕਦੇ। ਸੋ ਕਿਤੇ ਨਾ ਕਿਤੇ ਹੁਣ ਜਸਟਿਸ ਰਣਜੀਤ ਸਿੰਘ ਦੇ ਪੈਨਲ ਨੂੰ ਜਿਹੜੀ ਉਹਨਾਂ ਨੇ ਹਰੀ ਝੰਡੀ ਦਿੱਤੀ ਹੈ ਕਿ ਤੁਸੀਂ ਇਸ ਨੂੰ ਇਨਵੈਸਟੀਗੇਟ ਕਰੋ, ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਪਰ ਤਰੀਕੇ ਨਾਲ ਸਰਕਾਰਾਂ ਜਿਹੜੀਆਂ ਹੈਗੀਆਂ, ਇਕੱਲੀ ਕਾਂਗਰਸ ਨਹੀਂ, ਕੋਈ ਵੀ ਸਰਕਾਰ ਹੋਵੇ, ਇਸ ਸੈਂਸਿਟਿਵ ਮੁੱਦੇ ਦੇ ਉੱਪਰ ਕਿਸ ਤਰ੍ਹਾਂ ਆਪਣਾ ਡਿਸੀਜਨ ਦਿੰਦੀ ਹੈ, ਉਹਨਾਂ ਲਈ ਇੱਕ ਬਹੁਤ ਔਖਾ ਹੋ ਜਾਂਦਾ ਹੈ। ਔਰ ਉਹੀ ਚੀਜ਼ਾਂ ਕਮਿਸ਼ਨ ਦੇ ਰੂਪ ਦੇ ਵਿੱਚ ਆਉਂਦੀਆਂ ਕਿ ਇੱਕ ਇਨਕੁਆਇਰੀ ਬਿਠਾ ਦਿਓ, ਟਾਈਮ ਜਿਹੜਾ ਉਹ ਲੰਘਦਾ ਜਾਏਗਾ, ਜਿਵੇਂ ਜਿਵੇਂ ਡਿਲੇ ਹੁੰਦੀ ਜਾਏਗੀ ਜਿਹੜਾ ਮੈਟਰ ਹੈ ਉਹ ਠੰਡਾ ਹੁੰਦਾ ਜਾਏਗਾ। ਸੋ ਕਿਤੇ ਨਾ ਕਿਤੇ ਇਹ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਕਿ ਜਸਟਿਸ ਰਣਜੀਤ ਸਿੰਘ ਪੈਨਲ ਜਿਹੜਾ ਜਾਂ ਕਮਿਸ਼ਨ ਬਣਾਇਆ ਉਹਨਾਂ ਨੇ ਉਹ ਕੁਝ ਤਹਿ ਤੱਕ ਪਹੁੰਚ ਵੀ ਪਾਏਗਾ, ਕਿਉਂਕਿ ਐਦਾਂ ਦੇ ਕਮਿਸ਼ਨ ਜਿਵੇਂ ਤੁਸੀਂ ਆਪ ਵੀ ਕਿਹਾ ਕਿ ਆਪਾਂ ਸਟੱਡੀ ਵੀ ਕਰੀਏ, ਬਹੁਤ ਸਾਰੇ ਇੰਡੀਆ ਦੀ ਹਿਸਟਰੀ ਦੇ ਵਿੱਚ ਕਮਿਸ਼ਨ ਬਣਦੇ ਨੇ, ਲੇਕਿਨ ਬਹੁਤ ਘੱਟ ਐਦਾਂ ਦੇ ਕਮਿਸ਼ਨ ਜਿਹੜੇ ਤਹਿ ਤੱਕ ਪਹੁੰਚ ਕੇ ਉਸ ਇਨਸੀਡੈਂਟ ਨੂੰ ਲੋਕਾਂ ਤੱਕ ਸਾਹਮਣੇ ਲਿਆਉਂਦੇ ਨੇ ਔਰ ਜਿਹੜੇ ਉਹਨਾਂ ਦੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ। ਸੋ ਕਿਤੇ ਨਾ ਕਿਤੇ ਡਿਲੇ ਇੱਕ ਬਹੁਤ ਵੱਡਾ ਫੈਕਟਰ ਹੈ। ਡਿਲੇ ਕਰ ਦੋ ਕਿਸੇ ਵੀ ਮੈਟਰ ਨੂੰ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਹਟ ਜੇ। ਲੇਕਿਨ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕੁਲਵੀਰ ਜੀ, 2017 ਦੀ ਇਲੈਕਸ਼ਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਅਹਿਮ ਮੁੱਦਾ ਬਣ ਕੇ ਉੱਭਰਿਆ ਔਰ ਸ਼ਾਇਦ ਲੋਕਾਂ ਨੇ ਆਪਣਾ ਜਿਹੜਾ ਮੈਂਡੇਟ ਇਸੇ ਕਰਕੇ ਕਾਂਗਰਸ ਨੂੰ ਦਿੱਤਾ ਸੀ ਕਿ ਜਦੋਂ ਉਹਨਾਂ ਦੀਆਂ ਰੈਲੀਆਂ ਦੇ ਵਿੱਚ, ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਸੀ ਕਿ ਅਸੀਂ ਇਸ ਚੀਜ਼ ਨੂੰ ਪੁਖਤਾ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜਾਂਗੇ, ਸ਼ਾਇਦ ਲੋਕਾਂ ਨੇ ਇਹੀ ਚਾਹਿਆ ਸੀ ਕਿ ਅਕਾਲੀ ਬੀਜੇਪੀ ਗਵਰਨਮੈਂਟ ਵੱਲੋਂ ਕੋਈ ਵੀ ਕਾਰਵਾਈ ਪ੍ਰੋਪਰ ਨਹੀਂ ਹੋਈ, ਇੱਕ ਪੈਨਲ ਬਿਠਾ ਕੇ ਡਿਸਕਸ਼ਨ ਕਰ ਦਿੱਤੀ ਗਈ ਜਾਂ ਉਹਦੇ ਉੱਪਰ ਇਨਕੁਆਇਰੀ ਬਿਠਾ ਦਿੱਤੀ ਗਈ। ਪਰ ਕਿਤੇ ਨਾ ਕਿਤੇ ਕਾਂਗਰਸ ਤੋਂ ਵੱਲ ਉਹਨਾਂ ਦਾ ਥੋੜਾ ਜਿਹਾ ਯਕੀਨ ਜ਼ਰੂਰ ਸੀਗਾ, ਲੇਕਿਨ ਜਦੋਂ ਇਦਾਂ ਦੇ ਪੈਨਲ ਨੂੰ ਦੁਬਾਰਾ ਸੇਮ ਫਾਰਮੈਟ ਦੇ ਵਿੱਚ ਅਪਲਾਈ ਕਰਨ ਦੀ ਗੱਲ ਕੀਤੀ ਹੈ ਕੈਪਟਨ ਸਾਹਿਬ ਨੇ, ਉਦੋਂ ਇਹ ਚੀਜ਼ ਸ਼ੰਕਾ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ। ਔਰ ਮੈਨੂੰ ਇਹ ਤੁਸੀਂ ਕਹ ਲਓ ਕਿ 90% ਮੈਂ ਮੰਨਦਾ ਕਿ ਇੱਕ ਪੈਨਲ ਨੇ ਵੀ ਕੁਝ ਵੀ ਕੱਢ ਕੇ ਨਹੀਂ ਲੈ ਕੇ ਆਉਣਾ, ਸਿੰਪਲ ਸਿਰਫ ਤੇ ਸਿਰਫ ਇਨਵੈਸਟੀਗੇਸ਼ਨਸ ਹੋਣੀ ਹੈ ਔਰ ਕੁਝ ਨਹੀਂ ਇਹਦੇ ਤੇ। ਜੀ ਸ਼ਬਦੀਤ ਜੀ ਦੁਬਾਰਾ ਪੈਨਲ ਬਣ ਗਿਆ ਜੀ। ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਤੌਰ ਤੇ ਜਸਟਿਸ ਕਟਜੂ ਵੀ ਇੱਕ ਇਹਦੀ ਜਿਹੜੀ ਹੈਗੀ ਪੂਰੀ ਰਿਪੋਰਟ ਜਿਹੜੀ ਬਣਾ ਕੇ ਉਹ ਪਬਲਿਕ ਦੇ ਸਾਹਮਣੇ ਰੱਖ ਚੁੱਕਿਆ। ਉਹਨਾਂ ਦੇ ਕੀ ਰਿਜ਼ਲਟ ਸੀਗੇ, ਜੇ ਕਮਿਸ਼ਨਾਂ ਦੇ ਜਿਹੜੇ ਰਿਪੋਰਟਾਂ ਵੀ ਆ ਜਾਂਦੀਆਂ, ਉਹ ਰਿਪੋਰਟਾਂ ਫਿਰ ਸਰਕਾਰ ਜਿਹੜੀ ਆ ਦੱਬ ਕੇ ਬੈਠ ਜਾਂਦੀ ਆ, ਪਬਲਿਕ ਨਹੀਂ ਕੀਤੀਆਂ ਜਾਂਦੀਆਂ ਜਾਂ ਉਹਨਾਂ ਰਿਪੋਰਟਾਂ ਦੇ ਉੱਪਰ ਕਾਰਵਾਈਆਂ ਵੀ ਨਹੀਂ ਕੀਤੀਆਂ ਜਾਂਦੀਆਂ। ਕੈਪਟਨ ਸਾਹਿਬ ਨੇ ਵੀ ਸ਼ਾਇਦ ਇਹਨੂੰ ਇੱਕ ਮੁੱਦਾ ਸਮਝਦੇ ਹੋਏ ਇਸ ਮੁੱਦੇ ਤੋਂ ਜਾਨ ਛਡਾਉਣ ਵਾਸਤੇ ਨਵਾਂ ਜਿਹੜਾ ਇਹ ਕਮਿਸ਼ਨ ਬਣਾ ਦਿੱਤਾ ਜਸਟਿਸ ਰਣਜੀਤ ਸਿੰਘ ਹੋਣਾ ਦਾ। ਤੁਹਾਨੂੰ ਕੀ ਲੱਗਦਾ? ਪਹਿਲੀ ਗੱਲ ਤਾਂ ਕੁਲਬੀਰ ਜੀ, ਸਾਨੂੰ ਇਸ ਪੂਰੇ ਮੁੱਦੇ ਨੂੰ ਦੋ ਤਰੀਕੇ ਦੇ ਨਾਲ ਸੋਚਣਾ ਚਾਹੀਦਾ। ਪਹਿਲਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਦੀ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਸਵਾਲ ਹੈ, ਕਿਉਂਕਿ ਇਸੇ ਦਰਮਿਆਨ ਹੋਰਨਾਂ ਧਾਰਮਿਕ ਗ੍ਰੰਥਾਂ ਕੁਰਾਨ ਦੀ ਬੇਅਦਬੀ ਦਾ ਮਾਮਲਾ ਵੀ ਸਾਡੇ ਸਾਹਮਣੇ ਆਇਆ। ਪਹਿਲਾ ਮੁੱਦਾ ਤਾਂ ਇਹ ਹੈ ਬੇਅਦਬੀ ਦਾ। ਦੂਸਰਾ ਮੁੱਦਾ ਵਾ ਬਹਿਬਲ ਕਲਾਂ ਦੇ ਵਿੱਚ ਹੋਏ ਗੋਲੀ ਕਾਂਡ ਦਾ। ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਜੁੜੀਆਂ ਰੱਖਦੇ ਹੋਏ ਵੀ ਸਾਨੂੰ ਦੋ ਤਰੀਕੇ ਦੇ ਨਾਲ ਦੇਖਣਾ ਪਵੇਗਾ। ਬੇਅਦਬੀ ਦੇ ਮਾਮਲੇ ਬਹੁਤ ਸੰਵੇਦਨਸ਼ੀਲ ਨੇ, ਜਿਵੇਂ ਜ਼ੋਰਾ ਸਿੰਘ ਨੇ ਵੀ ਕਿਸੇ ਇੰਟਰਵਿਊ ਦੇ ਵਿੱਚ ਕਿਹਾ, ਮੈਂ ਹੂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰ ਸਕਾਂਗਾ ਕਿਉਂਕਿ ਮੇਰੇ ਸਾਹਮਣੇ ਬਿਲਕੁਲ ਨੋਟ ਨਹੀਂ ਇਹ ਸ਼ਬਦ, ਪਰ ਉਹਨਾਂ ਦਾ ਕਹਿਣ ਦਾ ਅਰਥ ਕੁੱਲ ਮਿਲਾ ਕੇ ਇਹ ਸੀ ਕਿਉਂਕਿ ਬੇਅਦਬੀ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਇਸ ਕਰਕੇ ਅਸੀਂ ਬਾਏ ਨੇਮ ਕਿਸੇ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਨਹੀਂ ਸੀ ਪਾ ਸਕਦੇ। ਮੈਨੂੰ ਨਹੀਂ ਪਤਾ ਹੁਣ ਜਸਟਿਸ ਰਣਜੀਤ ਸਿੰਘ ਬਾਏ ਨੇਮ ਕਿਸੇ ਦੇ ਉੱਤੇ ਜ਼ਿੰਮੇਵਾਰੀ ਬੇਅਦਬੀ ਦੀ ਪਾਉਣਗੇ ਕਿ ਨਹੀਂ। ਇਹ ਜਦੋਂ ਉਹਨਾਂ ਦੀ ਰਿਪੋਰਟ ਆਏਗੀ ਅਸੀਂ ਉਦੋਂ ਇਹਦੇ ਬਾਰੇ ਚਰਚਾ ਕਰ ਸਕਾਂਗੇ। ਇਹ ਸੱਚਮੁੱਚ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਔਰ ਮੇਰੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ, ਜਿਵੇਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਕਿ ਪੰਜਾਬ ਦੇ DNA ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸ਼ਾਮਲ ਨਹੀਂ ਸੀ। ਪੰਜਾਬ ਦੇ DNA ਦੇ ਵਿੱਚ ਗੁਰੂ ਗ੍ਰੰਥ ਸਾਹਿਬ, ਕੁਰਾਨ ਦੀ ਬੇਅਦਬੀ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ DNA ਕਿਵੇਂ ਸ਼ਾਮਲ ਹੋ ਗਿਆ, ਇਹ ਮੇਰੇ ਲਈ ਬਹੁਤ ਵੱਡਾ ਸਵਾਲ ਹੈ ਔਰ ਮੈਂ ਇਹਨੂੰ ਹਰ ਵਾਰ ਸਵਾਲ ਦੀ ਪੱਧਰ ਦੇ ਉੱਤੇ ਛੱਡਣ ਲਈ ਮਜਬੂਰ ਹਾਂ ਕਿਉਂਕਿ ਮੇਰੇ ਕੋਲੇ ਵੀ ਇਹਦਾ ਅੱਜ ਦੀ ਤਰੀਕ ਦੇ ਵਿੱਚ ਕੋਈ ਜਵਾਬ ਨਹੀਂ ਹੈ। ਮੈਂ ਆਪਣੇ ਪੱਧਰ ਦੇ ਉੱਤੇ ਬਥੇਰਾ ਐਨਾਲਾਈਜ਼ ਕਰਕੇ ਦੇਖ ਲਿਆ ਪਰ ਮੈਂ ਹਾਲੇ ਤੱਕ ਆਪਣੇ ਆਪ ਦੇ ਵਿੱਚ ਅਸਫਲ ਹਾਂ ਔਰ ਮੈਨੂੰ ਆਪਣੇ ਆਪ ਨੂੰ ਅਸਫਲ ਕਹਿਣ ਦੇ ਵਿੱਚ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ। ਅਸੀਂ ਸਾਰੇ ਜਾਣੇ ਵੀ ਜੇ ਰਲ ਕੇ ਪੰਜਾਬ ਦੇ DNA ਦੇ ਵਿੱਚ ਆਈ ਇਸ ਮਨੋਦਸ਼ਾ ਨੂੰ ਪਕੜਨ ਦੇ ਵਿੱਚ ਸਫਲ ਹੋ ਸਕੀਏ ਤਾਂ ਸਾਨੂੰ ਪੰਜਾਬ ਦੇ ਚੰਗੇ ਭਵਿੱਖ ਦੀ ਤਵੱਕੋ ਕਰਨੀ ਚਾਹੀਦੀ ਹੈ। ਬੇਸ਼ੱਕ ਅਸੀਂ ਧਰਮ ਨੂੰ ਮੰਨਦੇ ਹੋਈਏ, ਧਰਮ ਨੂੰ ਨਾ ਮੰਨਦੇ ਹੋਈਏ, ਧਰਮ ਦੇ ਅਸੀਂ ਆਸਥਾ ਰੱਖਦੇ ਹੋਈਏ, ਧਾਰਮਿਕ
ਅਸਥਾਨਾਂ ਤੇ ਜਾਂਦੇ ਹੋਈਏ, ਧਾਰਮਿਕ ਗ੍ਰੰਥ ਨੂੰ ਮੱਥਾ ਟੇਕਦੇ ਹੋਈਏ ਨਾ ਟੇਕਦੇ ਹੋਈਏ, ਇਹ ਸਭ ਗੱਲਾਂ ਵੱਖਰੀਆਂ ਨੇ। ਸਾਡੀ ਪਰਸਨਲ ਚੁਆਇਸ ਹੋ ਸਕਦੀ ਹੈ, ਪਰ ਮੇਰੇ ਪੰਜਾਬ ਦੇ ਵਿੱਚ ਇਹ DNA ਪੈਦਾ ਹੋ ਜਾਵੇ ਕਿ ਨਫ਼ਰਤ ਪੈਦਾ ਕਰਨ ਲਈ ਗ੍ਰੰਥਾਂ ਦੀ ਬੇਅਦਬੀ ਵੀ ਕੀਤੀ ਜਾ ਸਕਦੀ ਹੈ, ਇਹ ਮੇਰੇ ਲਈ ਬਹੁਤ ਵੱਡਾ ਸਵਾਲ ਹੈ ਔਰ ਮੇਰਾ ਇਹਨੂੰ ਬਹੁਤ ਖਤਰਨਾਕ ਕਿਸਮ ਦੀ ਮਨੋਦਸ਼ਾ ਤਸਲੀਮ ਕਰਦਾ। ਦੂਜਾ ਹਿੱਸਾ ਵਾ ਬਾਈਬਲ ਕਲਾਂ ਦਾ। ਬਾਈਬਲ ਕਲਾਂ ਵਾਲੇ ਕਾਂਡ ਦੇ ਵਿੱਚ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਉਹਦੇ ਵਿੱਚ ਅਣਪਛਾਤੇ ਪੁਲਿਸ ਵਾਲਿਆਂ ਦੇ ਉੱਤੇ ਕੇਸ ਦਰਜ ਕਰਨ ਦੀ ਇੱਕ ਹੈਰਾਨੀਜਨਕ ਕਿਸਮ ਦਾ ਕੇਸ ਦਰਜ ਕੀਤਾ ਗਿਆ। ਮੈਨੂੰ ਨਹੀਂ ਪਤਾ ਦੁਨੀਆ ਦੇ ਇਤਿਹਾਸ ਦੇ ਵਿੱਚ ਗੋਲੀ ਕਾਂਡ ਦੇ ਸਵਾਲ ਦੇ ਉੱਤੇ ਕਦੇ ਐਦਾਂ ਦਾ ਕੋਈ ਕੇਸ ਦਰਜ ਹੋਇਆ ਹੋਵੇ। ਇਸ ਕਿਸਮ ਦੀਆਂ 100 ਮਿਸਾਲਾਂ ਮਿਲ ਜਾਣਗੀਆਂ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਕਿ ਗੋਲੀ ਚਲਾਉਣੀ ਮਜਬੂਰੀ ਬਣ ਗਈ ਸੀ, ਲੋਕਾਂ ਨੇ ਭੜਕਾਟ ਪੈਦਾ ਕਰ ਦਿੱਤੀ ਸੀ, ਲੋਕੀ ਹਿੰਸਕ ਹੋ ਗਏ ਸਨ। ਜੇ ਗੋਲੀ ਚਲਾ ਕੇ 2 ਬੰਦਿਆਂ ਦੀ ਮੌਤ ਨਾ ਹੁੰਦੀ ਤਾਂ ਉੱਥੇ ਹਜ਼ਾਰਾਂ ਦੇ ਕਤਲੇ ਆਮ ਹੋ ਜਾਣਾ ਸੀ। ਐਦਾਂ ਦੀਆਂ 20 ਦਲੀਲਾਂ 20 ਕੇਸਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ, ਸੈਂਕੜੇ ਕੇਸਾਂ ਦੇ ਵਿੱਚ ਸੈਂਕੜੇ ਕਿਸਮ ਦੀਆਂ ਦਲੀਲਾਂ ਸੁਣ ਸਕਦੇ ਹੋ। ਪਰ ਸ਼ਾਇਦ ਇਹ ਪਹਿਲੀ ਵਾਰ ਆ ਔਰ ਇਹਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਇਹ ਗੱਲ ਦਾ ਕ੍ਰੈਡਿਟ ਦੁਨੀਆ ਭਰ ਦੇ ਵਿੱਚ ਲੈ ਸਕਦੀ ਹੈ ਕਿ ਪੁਲਿਸ ਵਾਲਿਆਂ ਦੇ ਉੱਤੇ ਵੀ ਸ਼ੱਕੀ ਪੁਲਿਸ ਵਾਲੇ ਦੇ ਨਾਂ ਦੇ ਉੱਤੇ ਕੇਸ ਦਰਜ ਕਰ ਸਕਦੀ ਹੈ। ਹਾਲਾਂਕਿ ਪੁਲਿਸ ਜਦੋਂ ਵੀ ਕਦੇ ਗੋਲੀ ਚਲਾਉਂਦੀ ਹੈ ਬਹੁਤ ਕਲੀਅਰ ਹੁੰਦਾ ਵਾ ਕਿ ਉਹਨਾਂ ਨੂੰ ਫਸਟਲੀ ਆਰਡਰ ਕਿੱਥੋਂ ਆਇਆ ਵਾ ਔਰ ਜਿਸ ਬੰਦੇ ਨੇ ਆਰਡਰ ਦਿੱਤਾ ਵਾ, ਜਿਸ SSP ਨੇ ਆਰਡਰ ਦਿੱਤਾ ਵਾ, ਉਹਨੂੰ ਕਿਸ DGP ਦਾ ਆਰਡਰ ਆਇਆ ਵਾ। ਜੇ DGP ਨੇ ਆਰਡਰ ਦਿੱਤਾ ਕਿ ਕੀ ਉਹਨੂੰ ਗ੍ਰਹਿ ਮੰਤਰੀ ਦਾ ਆਰਡਰ ਮਿਲਿਆ ਸੀ ਕਿ ਉਹਨੇ ਆਪਣੇ ਪੱਧਰ ਦੇ ਉੱਤੇ ਇਹ ਫੈਸਲਾ ਲਿਆ ਸੀ। ਬਹੁਤ ਕਲੀਅਰ ਹੁੰਦਾ ਵਾ ਪੁਲਿਸ ਤੰਤਰ ਦੇ ਵਿੱਚ ਗੋਲੀ ਚਲਾਉਣਾ। ਗੋਲੀ ਤਾਂ ਬਹੁਤ ਅੱਗੇ ਦੀ ਗੱਲ ਆ, ਪੁਲਿਸ ਤੰਤਰ ਦੇ ਵਿੱਚ ਤਾਂ ਲਾਠੀ ਚਾਰਜ ਵੀ ਬਕਾਇਦਾ ਅਨਾਉਂਸ ਕਰਕੇ ਕੀਤਾ ਜਾਂਦਾ। ਪਹਿਲਾਂ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਨੇ ਕਿ ਲੋਕੋ ਤੁਸੀਂ ਹਿੰਸਕ ਨਾ ਹੋਵੋ ਔਰ ਜਦੋਂ ਲੋਕ ਹਿੰਸਕ ਹੋ ਜਾਂਦੇ ਨੇ, ਜੇ ਸੱਚਮੁੱਚ ਹੋ ਜਾਂਦੇ ਨੇ ਤਾਂ ਲਾਠੀ ਚਾਰਜ ਦੀ ਅਨਾਉਂਸਮੈਂਟ ਵੀ ਹਰ ਇੱਕ ਨੂੰ ਪਤਾ ਹੁੰਦੀ ਕਿ ਕਿਸ ਪੁਲਿਸ ਵਾਲੇ ਨੇ ਕੀਤੀ ਆ। ਅੱਗੇ ਫਰਦਰ ਵੀ ਤੁਸੀਂ ਕਹਿ ਸਕਦੇ ਹੋ ਕਿ ਕਿੰਨੇ ਗੋਲੀ ਚਲਾਈ ਆ, ਪਰ ਇਹ ਪਹਿਲੀ ਵਾਰ ਆ ਕਿ ਪੰਜਾਬ ਦੀ ਇੰਨੀ ਮਹਾਨ ਪੁਲਿਸ ਪੈਦਾ ਹੋਈ ਹੈ ਜਿਹੜੀ ਸ਼ੱਕੀ ਪੁਲਿਸ ਵਾਲਿਆਂ ਦੇ ਉੱਤੇ ਕੇਸ ਦਰਜ ਕਰਦੀ ਹੈ। ਔਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਇੰਨੀ ਮਹਾਨ ਸਰਕਾਰ ਹੈ ਕਹੀ ਜਾ ਸਕਦੀ ਹੈ ਇਤਿਹਾਸ ਦੀ, ਜਿਹੜੀ ਇਸ ਕਿਸਮ ਦੇ ਕੇਸ ਨੂੰ ਬੜੀ ਆਸਾਨੀ ਦੇ ਨਾਲ ਪ੍ਰਵਾਨ ਕਰ ਲੈਂਦੀ ਆ। ਪੁਲਿਸ ਨੂੰ ਪੁੱਛਦੀ ਤੱਕ ਨਹੀਂ ਕਿ ਜਿਨ੍ਹਾਂ ਨੂੰ ਤੁਸੀਂ ਸ਼ੱਕੀ ਕਿਹਾ ਉਹ ਅਸਲ ਦੇ ਵਿੱਚ ਕੌਣ ਨੇ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਨਿਖੇੜਦੇ ਹੋਏ ਜਸਟਿਸ ਰਣਜੀਤ ਸਿੰਘ ਕੀ ਕਾਰਵਾਈ ਕਰਦੇ ਨੇ। ਦੂਜੀ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਕਿ ਕੀ ਬਾਈਬਲ ਕਲਾਂ ਕਾਂਡ ਲਈ ਕਿਸੇ ਸੱਚਮੁੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜ਼ਰੂਰਤ ਵੀ ਹੈ ਕਿ ਇਹ ਗੱਲ ਪੁਲਿਸ ਕੋਲੋਂ ਸਰਕਾਰ ਆਪਣੇ ਪੱਧਰ ਉੱਤੇ ਵੀ ਮੇਰਾ ਖਿਆਲ ਬੜੀ ਆਸਾਨੀ ਨਾਲ ਪੁੱਛ ਸਕਦੀ ਹੈ ਕਿ ਉਹਦੇ ਲਈ ਕੌਣ ਜ਼ਿੰਮੇਵਾਰ ਨੇ ਤੇ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਬੇਅਦਬੀ ਦਾ ਮਾਮਲੇ ਨੂੰ ਤੁਸੀਂ ਪੜਤਾਲ ਦਾ ਮਾਮਲਾ ਕਹਿ ਸਕਦੇ ਹੋ, ਮੈਨੂੰ ਨਹੀਂ ਲੱਗਦਾ। ਔਰ ਜੇ ਸਰਕਾਰ ਦੋਨਾਂ ਨੂੰ ਫਿਰ ਰਲਗੱਡ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮੈਂ ਸਮਝਦਾ ਅਕਾਲੀ ਦਲ 'ਚ ਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ। ਜੇ ਸੱਚਮੁੱਚ ਸਜ਼ਾਵਾਂ ਦੇਣੀਆਂ ਹੋਣ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਲਈ ਕਿਸੇ ਕਮਿਸ਼ਨ ਦੀ ਜ਼ਰੂਰਤ ਆ। ਇਹ ਤਾਂ ਵਿਭਾਗੀ ਪੁੱਛ ਪੜਤਾਲ ਨਾਲ ਵੀ ਮਾਮਲਾ ਸਾਹਮਣੇ ਆ ਸਕਦਾ ਜੀ। ਮੇਰੇ ਨਾਲ ਕਾਲਰ ਨੇ ਇੱਕ ਜੀ 3106। ਹੈਲੋ। ਹਾਂਜੀ ਸਿੰਘ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਅਜੀਤ ਸਿੰਘ ਬੋਲ ਰਿਹਾ ਜੀ। ਜੀ ਜੀ। ਬੇਨਤੀ ਇਹ ਹੈ ਕਿ ਆ ਜਿਹੜਾ ਤੁਸੀਂ ਡਿਸਕਸ਼ਨ ਕਰ ਰਹੇ ਹੋ ਜੀ, ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਹੇ ਬੰਦੇ ਦੀ ਪਰਸਨਲ ਲਾਈਫ ਹੋਵੇ ਤੇ ਭਾਵੇਂ ਪਬਲਿਕ ਲਾਈਫ, ਬੰਦੇ ਦੀ ਜਿਹੜੀ ਇਖਲਾਕੀ ਜ਼ਿੰਮੇਵਾਰੀ ਹੋਣਾ ਹੈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਪਤਾਨ ਸਾਹਿਬ ਇਸ ਵਕਤ ਮੁੱਖ ਮੰਤਰੀ ਨੇ, ਜੇ ਉਹ ਇਸ ਵਕਤ ਵੀ ਕਿਸੇ ਗੱਲਾਂ ਦੇ ਵਿੱਚ ਇਖਲਾਕੀ ਤੌਰ ਤੇ ਜ਼ਿੰਮੇਵਾਰੀਆਂ ਤੇ ਆਪਣੀਆਂ ਕਈਆਂ ਗੱਲਾਂ ਦੇ ਉੱਤੇ ਨਹੀਂ ਖੜਦੇ ਤਾਂ ਇੱਕ ਜਿਹੜੇ ਇਸ਼ੂ ਤੁਸੀਂ ਡਿਸਕਸ ਰਹੇ ਇਸ਼ੂ ਦੇ ਨਾਲ ਨਾਲ ਉਹਨਾਂ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਜਾਂ ਫੇਲਿਅਰ ਹੋਏਗੀ ਜੇ ਉਹ ਇਖਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀਆਂ ਤੋਂ ਨੱਠਦੇ ਨੇ। ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀਆਂ ਦੀ ਗੱਲ ਹੈ, ਇਹਦੇ ਵਿੱਚ ਚੋਣਾਂ ਤੋਂ 2-3-4 ਦਿਨ ਪਹਿਲਾਂ ਉਹ ਸਪਸ਼ਟ ਤੌਰ ਤੇ ਮੀਡੀਆ 'ਚ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਇਹ ਬੇਅਦਬੀਆਂ ਜਿਹੜੀਆਂ ਹੈਗੀਆਂ ਨੇ ਇਹ ਬਾਦਲਾਂ ਨੇ ਕਰਵਾਈਆਂ ਨੇ। ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਉਹ ਵੋਟਾਂ ਲੈਣ ਵਾਸਤੇ ਇਸ ਹੱਦ ਤੱਕ ਕਹਿ ਸਕਦੇ ਸੀ ਤਾਂ ਕਿਆ ਉਹਨਾਂ ਨੂੰ ਫਿਰ ਹੁਣ ਜੇ ਆਪਣੇ ਬਿਆਨ ਦੇ ਆਧਾਰ ਦੇ ਉੱਤੇ ਬਾਦਲਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਤਬਦੀਸ਼ ਨਹੀਂ ਕਰਨੀ ਚਾਹੀਦੀ? ਜੇ ਅੱਜ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਾਦਲਾਂ ਤੇ ਮੁਕੱਦਮਾ ਨਹੀਂ ਦਰਜ ਕਰਿਆ ਜਾ ਸਕਦਾ, ਇਹਦੇ ਵਾਸਤੇ ਕਮਿਸ਼ਨ ਬਣਾਉਣ ਦੀ ਲੋੜ ਹੈ, ਤਦ ਫਿਰ ਉਹਨੇ ਕਿਹੜੇ ਆਧਾਰ ਤੇ ਉੱਤੇ ਐਡਾ ਬੜਾ ਦੋਸ਼ ਲਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਸੀ?
ਦੂਸਰੀ ਗੱਲ ਆ ਜਾਂਦੀ ਆ ਅਣਪਛਾਤੇ ਜਿਹੜੇ ਪੁਲਿਸੀਆਂ ਤੇ ਦਰਜ ਕੀਤਾ ਗਿਆ ਕੇਸ ਤੇ ਉਸ ਗੱਲ ਦੀ ਬੜੀ ਨਿੰਦਾ ਕੀਤੀ ਗਈ ਸੀ ਕਿ ਪੁਲਿਸ ਵਾਲੇ ਅਣਪਛਾਤੇ ਕਿਵੇਂ ਹੋ ਸਕਦੇ ਆ। ਬਿਲਕੁਲ ਪਾਰਟੀ ਨੇ ਨਿੰਦਾ ਕੀਤੀ ਸੀ ਕਿ 1 ਮਿੰਟ ਦਿਓ ਮੈਨੂੰ ਸਿਰਫ ਅੱਛਾ ਜੀ। ਤਦ ਕਿਆ ਇਹਨੂੰ ਲਾਸ਼ਾਂ ਤੇ ਕੀਤੀ ਗਈ ਰਾਜਨੀਤੀ ਨਾ ਗਿਣਿਆ ਜਾਵੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲੱਖਾਂ ਕਰੋੜਾਂ ਲੋਕਾਂ ਦਾ ਅਕੀਦਾ ਉਹਦੀ ਬੇਅਦਬੀ ਤੇ ਕੀਤੀ ਸਿਰਫ ਵੋਟਾਂ ਦੀ ਗੱਦੀ ਰਾਜਨੀਤੀ ਨਾ ਕਿਹਾ ਜਾਵੇ। ਫਿਰ ਜੇ ਇਖਲਾਕੀ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਇੰਨਾ ਗਿਰਦਾ ਹੈ ਤੇ ਬਾਕੀ ਗੱਲਾਂ ਦੇ ਕੀ ਦਾਅਵੇ ਹੋ ਸਕਦੇ ਨੇ ਜੀ। ਬਾਜੀ ਮੈਂ ਇਹਦੀ ਗੱਲ ਕਰਨੀ ਸੀ ਜੀ। ਬਿਲਕੁਲ ਅਗਰ ਜਸਟਿਸ ਰਣਜੀਤ ਸਿੰਘ ਹੋਣਾ ਦੀ ਰਿਪੋਰਟ ਨਹੀਂ ਆਉਂਦੀ 6 ਮਹੀਨੇ ਪੂਰੇ ਖਤਮ ਕਰ ਦਿੰਦੇ ਨੇ। ਜਿਸ ਤਰੀਕੇ ਦੀ ਖਾਨਾ ਪੂਰਤੀ ਜੋਰਾ ਸਿੰਘ ਵੱਲੋਂ ਕੀਤੀ ਗਈ ਸੀ, ਅਗਰ ਉਸੇ ਤਰੀਕੇ ਦੀ ਖਾਨਾ ਪੂਰਤੀ ਕਾਂਗਰਸ ਦੇ ਕਮਿਸ਼ਨ ਜਸਟਿਸ ਰਣਜੀਤ ਸਿੰਘ ਵੱਲੋਂ ਕੀਤੀ ਜਾਊਗੀ ਤਾਂ ਬਿਲਕੁਲ ਇਹੀ ਕਿਹਾ ਜਾਊਗਾ ਕਿ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਰਾਜਨੀਤੀ ਕੀਤੀ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਨੂੰ ਲੈ ਕੇ ਜਿਹੜੀ ਹੈਗੀ ਉਹ ਰਾਜਨੀਤੀ ਕੀਤੀ ਗਈ ਹੈ, ਸਿਆਸਤ ਕੀਤੀ ਗਈ ਹੈ। ਬਿਲਕੁਲ ਦਰੁਸਤ ਕਿਹਾ ਤੁਸੀਂ। ਔਰ ਇਹਦੇ ਵਾਸਤੇ ਮੈਂ ਇਸੇ ਕਰਕੇ ਸਵਾਲ ਇਹ ਰੱਖਿਆ ਸੀਗਾ ਕਿ ਕੀ ਕੈਪਟਨ ਸਾਹਿਬ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਾ ਕੇ ਸਿਰਫ ਸਮਾਂ ਟਪਾਉਣ ਦੀ ਗੱਲ ਕੀਤੀ ਹੈ ਜਾਂ ਕਿਤੇ ਕੋਈ ਉਮੀਦ ਦੀ ਕਿਰਨ ਦਿਖ ਰਹੀ ਆ। ਪ੍ਰਮੀਤ ਜੀ। ਕੁਲਵੀਰ ਜੀ ਮੇਰੇ ਮੁਤਾਬਕ ਇਹ ਸਿਰਫ ਔਰ ਸਿਰਫ ਇੱਕ ਆਈ ਵਾਸ਼ ਹੈਗਾ, ਇਸ ਤੋਂ ਵੱਧ ਕੁਝ ਨਹੀਂ ਹੈ। ਇਹ ਯਾਨੀ ਸਮਾਂ ਟਪਾਉਣ ਦੀ ਗੱਲ ਹੈ। ਹਾਂਜੀ ਸਿਰਫ ਸਮਾਂ ਟਪਾਉਣ ਦੀ ਗੱਲ ਹੈ, ਕਿਉਂਕਿ ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਅਗਰ ਉਹਨਾਂ ਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕ ਨਹੀਂ ਲੱਭਦੇ, ਪਰ ਬਾਈਬਲ ਕਲਾਂ ਦੇ ਵਿੱਚ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਲੋਕ ਤੇ ਸਪਸ਼ਟ ਨੇ, ਉਹ ਤੇ ਸਾਹਮਣੇ ਹੀ ਨੇ ਨਾ। ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਜੀ। ਜਿਹੜਾ ਇਹਨਾਂ ਨੇ ਨਵਾਂ ਕਮਿਸ਼ਨ ਬਣਾਇਆ ਜਸਟਿਸ ਰਣਜੀਤ ਸਿੰਘ ਵਾਲਾ, ਇਹ ਬਿਲਕੁਲ ਮੇਰੇ ਮੁਤਾਬਕ ਇਹ ਬਿਲਕੁਲ ਆਈ ਵਾਸ਼ ਹੈ ਔਰ ਇਸ ਸਾਰੇ ਮੁੱਦੇ ਨੂੰ ਘੱਟੋ ਘੱਟ ਆਉਣ ਵਾਲੇ 6 ਮਹੀਨੇ ਵਾਸਤੇ ਠੰਡੇ ਤੱਤੇ ਪਾਉਣ ਦੀ ਕਵਾਇਦ ਹੈ। ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪਿਛਲੀ ਗਵਰਨਮੈਂਟ ਨੇ ਉਹਨੇ ਪਬਲਿਸਾਈਜ਼ ਨਹੀਂ ਕੀਤੀ ਔਰ ਇਸ ਗਵਰਨਮੈਂਟ ਨੇ ਉਸ ਰਿਪੋਰਟ ਨੂੰ ਨਕਾਰ ਦਿੱਤਾ। ਸੋ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਇਹ ਸਮਝ ਨਹੀਂ ਆਉਂਦਾ ਕਿ ਕਿਤੇ ਕੁਝ ਸਸਪੈਕਟਡ ਹੈ, ਕਿਤੇ ਕੁਝ ਐਸਾ ਹੈ ਜਿਹੜਾ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਸਕਦਾ, ਜਿਹਨੂੰ ਸਰਕਾਰਾਂ ਭਾਵੇਂ ਅਕਾਲੀ ਦਲ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ। ਜਸਟਿਸ ਰਣਜੀਤ ਸਿੰਘ 6 ਮਹੀਨੇ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ। ਇਸ ਗੱਲ ਦੀ ਕੀ ਗਰੰਟੀ ਹੈ ਕਿ 6 ਮਹੀਨੇ ਦੇ ਅਖੀਰਲੇ ਦਿਨ ਉਹ ਰਿਪੋਰਟ ਪੇਸ਼ ਕਰ ਦੇਣਗੇ ਤੇ ਉਸ ਅਗਲੇ ਦਿਨ ਗਵਰਨਮੈਂਟ ਆਪਣੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦੇਗੀ। ਸੋ ਪੰਜਾਬ ਸਰਕਾਰ ਕੋਲ ਕੈਪਟਨ ਸਰਕਾਰ ਕੋਲ 5 ਸਾਲ ਦਾ ਸਮਾਂ ਹੈਗਾ ਸੀ। 5 ਸਾਲ ਦੇ ਵਿੱਚੋਂ 6 ਮਹੀਨੇ 7 ਮਹੀਨੇ ਤਾਂ ਉਹਨਾਂ ਨੇ ਬਿਲਕੁਲ ਇਸ ਮੁੱਦੇ ਵਿੱਚ ਠੰਡਾ ਬਸਤੇ ਪਾਤਾ। ਉਸ ਤੋਂ ਬਾਅਦ ਬਚੇ 4.5 ਸਾਲ। ਉਹ 4.5 ਸਾਲ ਦੇ ਵਿੱਚ ਇਸ ਕਮਿਸ਼ਨ ਨੂੰ ਕਿੰਨੀ ਐਕਸਟੈਂਸ਼ਨ ਦਿੱਤੀ ਜਾਂਦੀ ਹੈ, ਉਹਦੀ ਰਿਪੋਰਟ ਪਬਲਿਸਾਈਜ਼ ਕੀਤੀ ਜਾਂਦੀ ਹੈ ਕਿ ਨਹੀਂ ਕੀਤੀ ਜਾਂਦੀ, ਉਹਦੇ ਉੱਪਰ ਕੀ ਕਾਰਵਾਈ ਬਣਦੀ ਹੈ, ਇਹ ਸਾਰਾ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਮੈਂ ਇਸ ਕਮਿਸ਼ਨ ਦੀ ਫਾਰਮੇਸ਼ਨ ਤੋਂ ਬਹੁਤ ਜ਼ਿਆਦਾ ਆਸਵੰਦ ਨਹੀਂ ਹੈਗਾ ਜੀ। ਆਪਾਂ 1 ਮਹੀਨੇ ਦੀ ਗੱਲ ਕਰ ਰਹੇ ਸੀਗੇ। ਕੈਪਟਨ ਸਾਹਿਬ ਵੱਲੋਂ ਅਕਸਰ ਚੋਣਾਂ ਤੋਂ ਪਹਿਲਾਂ ਆਪਣੀਆਂ ਰੈਲੀਆਂ ਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਡਰੱਗ ਦਾ ਜਿਹੜਾ ਨੈਕਸਸ ਹੈ ਉਹਨੂੰ ਖਤਮ ਕਰ ਦਿੱਤਾ ਜਾਵੇਗਾ। ਪੂਰਾ ਡਰੱਗ ਦਾ ਕਾਰੋਬਾਰ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ। ਸਰਕਾਰ ਬਣੀ, ਥੋੜਾ ਇਸ ਲਫ਼ਜ਼ਾਂ ਦੇ ਉੱਪਰੋਂ ਵੀ ਉਹ ਥਿਰਕਦੇ ਨਜ਼ਰ ਆਏ। ਅਜੇ ਤੇ ਸਰਕਾਰ ਬਣੀ ਆ, ਅਜੇ ਅਸੀਂ ਕਮਿਸ਼ਨ ਬਣਾਵਾਂਗੇ। 29 ਮਾਰਚ ਨੂੰ ਜਾ ਕੇ ਕਮਿਸ਼ਨ ਬਣਦਾ। ਫਿਰ ਹਰਪ੍ਰੀਤ ਸਿੰਘ ਸਿੱਧੂ ਹੁਣਾਂ ਨੂੰ ਜਿਹੜਾ ਹੈ ਉਹ ਝਾਰਖੰਡ ਤੋਂ ਬੁਲਾ ਕੇ ਜਿਹੜਾ ਉਹਦਾ ਹੈੱਡ ਲਗਾਇਆ ਜਾਂਦਾ। ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਦਿਖਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਆਪਾਂ 1 ਮਹੀਨੇ ਦੀ ਪੰਜਾਬ ਦੇ ਵਿੱਚ ਰਿਪੋਰਟ ਕਹੀਏ ਕਿ ਡਰੱਗ ਦੇ ਉੱਪਰ ਸਰਕਾਰ ਜਿਹੜੀ ਆਪਣੇ 1 ਮਹੀਨੇ ਦੇ ਕੰਮ ਨੂੰ ਜਿਹੜੀ ਹੈ ਉਹ ਦੱਸਦੀ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਕਿੰਨਾ ਕੰਮ ਕਰਤਾ। ਹਾਲਾਂਕਿ ਜਿਹੜਾ ਉਹਨਾਂ ਦਾ ਵਾਅਦਾ ਸੀ ਕਿ ਪੰਜਾਬ ਦੇ ਵਿੱਚ 1 ਮਹੀਨੇ 'ਚ ਡਰੱਗ ਜਿਹੜਾ ਹੈ ਟੋਟਲ ਖਤਮ ਕਰ ਦਿੱਤਾ ਜਾਵੇਗਾ, ਨੈਕਸਸ ਤੋੜ ਦਿੱਤਾ ਜਾਵੇਗਾ, ਉਹ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੇ। ਹਾਲਾਂਕਿ ਇਹ ਦਿਖਾਇਆ ਗਿਆ ਕਿ 1468 ਜਿਹੜੇ ਹੈਗੇ ਨੇ ਲੋਕਾਂ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। 1277 ਕੇਸ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹ ਜਿਹੜੇ ਹੈਗੇ ਆ ਰਜਿਸਟਰ ਕੀਤੇ ਗਏ। ਤੇ ਇੱਕ ਜਿਹੜਾ ਦਾਅਵਾ ਹੋਰ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਜਿਹੜਾ ਪੰਜਾਬ ਦੇ ਬਾਰਡਰ ਤੋਂ ਪਾਰ ਤੋਂ ਨਸ਼ਾ ਆਉਂਦਾ ਸੀ ਉਹਨੂੰ ਉਹਨਾਂ ਦਾ ਕਹਿਣਾ ਕਿ 100% ਜਿਹੜਾ ਹੈ ਉਹਨੂੰ ਅਸੀਂ ਕੰਟਰੋਲ ਕਰ ਰਿਹਾ, ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਵਾਅਦਾ ਇਹ ਨਹੀਂ ਸੀ ਕਿ 100% ਬਾਰਡਰ ਦੇ ਨਸ਼ੇ ਦੇ ਉੱਪਰ ਰੋਕ ਲਗਾਈ ਜਾਏਗੀ। ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਉਹ ਬਾਰਡਰ ਦੇ ਪਾਰੋਂ ਸਾਰਾ ਨਸ਼ਾ ਨਹੀਂ ਆਉਂਦਾ ਸੀ। ਔਰ ਜਿਹੜੀਆਂ ਇਹ 1468 ਗ੍ਰਿਫਤਾਰੀਆਂ ਹੋਈਆਂ ਇਹਦੇ ਵਿੱਚ ਵੀ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ RMP ਡਾਕਟਰ, ਮੈਡੀਕਲ ਸਟੋਰ, ਪਿੰਡਾਂ ਦੇ ਸਰਪੰਚ, ਥਾਣਿਆਂ ਦੇ SHO ਜਾਂ ਥਾਣਿਆਂ ਦੇ
ਵਿੱਚ ਜਿਹੜੇ ASI ਲੱਗੇ ਹੋਏ ਨੇ, ਮੁਨਸ਼ੀ ਲੱਗੇ ਹੋਏ ਨੇ, ਇਹੋ ਜਿਹੇ ਲੋਕਾਂ ਦੀ ਸ਼ਮੂਲੀਅਤ ਸੀ, ਡਾਕਟਰਾਂ ਦੀ ਸ਼ਮੂਲੀਅਤ ਸੀ, ਬਹੁਤ ਸਾਰਾ ਫਾਰਮਾਸਿਊਟੀਕਲ ਕੰਪਨੀਆਂ ਦੀ ਸ਼ਮੂਲੀਅਤ ਸੀ ਪੰਜਾਬ ਦੇ ਵਿੱਚ ਡਰੱਗ ਨੂੰ ਫੈਲਾਉਣ ਦੇ ਵਿੱਚ, ਨਾ ਕਿ ਬਾਰਡਰ ਤੋਂ ਪਾਰੋਂ। ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸ਼ਮੂਲੀਅਤ ਸੀ। ਬਾਰਡਰ ਤੋਂ ਨਸ਼ਾ ਪੰਜਾਬ ਦੇ ਵਿੱਚ ਦੀ ਹੋ ਕੇ ਅੱਗੇ ਜ਼ਰੂਰ ਲੰਘਦਾ ਸੀ, ਇਹਦੇ ਉੱਪਰ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਦੇ ਉੱਪਰ ਅਗਰ ਪੰਜਾਬ ਪੁਲਿਸ ਦਾਅਵਾ ਕਰਦੀ ਹੈ ਕਿ ਰੋਕ ਲਗਾ ਲਈ ਹੈ ਤਾਂ ਮੇਰਾ ਖਿਆਲ ਪ੍ਰਸ਼ੰਸਾ ਕਰਨੀ ਬਣਦੀ ਹੈ। ਪਰ ਅੱਜ ਅਗਰ ਅਸੀਂ ਕੈਪਟਨ ਸਰਕਾਰ ਦੇ ਕਿਸੇ ਮੰਤਰੀ ਨਾਲ ਗੱਲ ਕਰਦੇ ਹਾਂ 1 ਮਹੀਨੇ ਦੀ, ਤੇ ਉਹ ਕਹਿ ਦਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਅਸੀਂ 1 ਮਹੀਨਾ ਕਿਹਾ ਹੀ ਨਹੀਂ ਸੀ। ਗੱਲਬਾਤ ਸ਼ੁਰੂ ਕਰਾਂਗੇ CPG ਤੋਂ। CPG ਮਹੀਨਾ ਬੀਤ ਚੁੱਕਿਆ, 1468 ਗ੍ਰਿਫਤਾਰੀਆਂ ਹੋਈਆਂ। ਜੇ ਆਪਾਂ ਪੰਜਾਬ ਦੇ ਵਿੱਚ ਜਦੋਂ ਕੋਈ STF ਨਹੀਂ ਸੀ, ਜਦੋਂ ਕੋਈ ਇਹੋ ਜਿਹਾ ਵਾਅਦਾ ਨਹੀਂ ਸੀ, ਜਦੋਂ ਡਰੱਗ ਦੇ ਖਿਲਾਫ ਕੋਈ ਲੜਾਈ ਨਹੀਂ ਲੜੀ ਜਾਂਦੀ ਸੀ, ਉਸ ਵੇਲੇ ਵੀ ਇੰਨੇ ਹੀ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ 500 ਤੋਂ 700 ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਸੀ। ਸਿਰਫ ਡਬਲ ਗ੍ਰਿਫਤਾਰੀਆਂ ਹੋਈਆਂ। ਔਰ ਇਹਨਾਂ ਗ੍ਰਿਫਤਾਰੀਆਂ ਦੀ ਵੀ ਮੈਂ ਜ਼ਰੂਰ ਗੱਲ ਕਰਦਾ। ਇਹਦੇ ਵਿੱਚ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਹੁਤ ਸਾਰੇ ਜਿਹੜੇ ਲੋਕ ਨੇ, ਮੈਂ ਇਹ ਕਹਾਂ ਕਿ 99% ਜਿਹੜੇ ਲੋਕ ਨੇ ਉਹ ਨੇ ਜਿਹੜੇ ਜਾਂ ਤਾਂ ਨਸ਼ਾ ਖਾਂਦੇ ਨੇ ਜਾਂ ਬਹੁਤ ਛੋਟੀ ਮਾਤਰਾ ਦੇ ਜਿਹੜੇ ਨਸ਼ੇ ਸੀ ਉਹਨਾਂ ਦੇ ਨਾਲ ਉਹ ਗ੍ਰਿਫਤਾਰ ਹੋਏ ਨੇ। ਮਤਲਬ ਕਿ ਉਹ ਆਪ ਖਾਂਦੇ ਨੇ ਜਾਂ ਥੋੜਾ ਬਹੁਤ ਵੇਚਦੇ ਨੇ, ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਸੇ ਵੀ ਵੱਡੇ ਬੰਦੇ ਨੂੰ ਜਾਂ ਕਿਸੇ ਵੀ ਫਾਰਮਾਸਿਊਟੀਕਲ ਕੰਪਨੀ ਨੂੰ ਜਾਂ ਕਿਸੇ ਵੀ ਇਹੋ ਜਿਹੀ ਧਿਰ ਨੂੰ ਅਜੇ ਤੱਕ ਸ਼ਿਕੰਜੇ ਵਿੱਚ ਨਹੀਂ ਕੱਸਿਆ ਗਿਆ ਜਿੱਥੋਂ ਇਹ ਸਾਬਤ ਹੋ ਸਕੇ ਕਿ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈਗੀ ਆ ਉਹ ਡਰੱਗ ਦੇ ਕੰਟਰੋਲ ਦੇ ਲਈ ਪੂਰੀ ਦੀ ਪੂਰੀ ਸਿੰਸੀਅਰਲੀ ਕੰਮ ਕਰਦੀ ਪਈ ਹੈ। ਕੁਲਵੀਰ ਜੀ, ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਵੀ ਇਦਾਂ ਦਾ ਜਿਹੜਾ ਸੀਗਾ ਗ੍ਰਿਫਤਾਰੀਆਂ ਦਾ ਸਿਲਸਿਲਾ ਉਹ ਚੱਲਦਾ ਹੁੰਦਾ ਸੀਗਾ, ਉਹ ਸੇਮ ਹੀ ਇੱਥੇ ਕੰਟੀਨਿਊ ਹੋਇਆ। ਨੋ ਡਾਊਟ ਥੋੜੀ ਜਿਹੀ ਫਿਗਰ ਜਿਹੜੀ ਹੈ ਉਹ ਇਨਕਰੀਜ਼ ਹੋਈ ਹੈ, ਬਟ ਦੇਖਣ ਵਾਲੀ ਜਿਹੜੀ ਖਾਸ ਗੱਲ ਕੁਲਵੀਰ ਜੀ ਇਹਦੇ ਚ ਇਹ ਹੈ ਕਿ ਇਹਨਾਂ 1500 ਬੰਦਿਆਂ ਦੇ ਵਿੱਚ ਲਗਭਗ 1500 ਬੰਦੇ ਜਿਹੜੇ ਅਰੈਸਟ ਕੀਤੇ ਗਏ ਨੇ, ਉਹਨਾਂ ਦੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਹੈ, ਕੋਈ ਵੀ ਐਸਾ ਸਰਗਨਾ ਨਹੀਂ ਹੈ ਜਿਹੜਾ ਕਿ ਇਹਨਾਂ ਨੂੰ ਇਨਫੋਰਮ ਜਾਂ ਜਿਹੜਾ ਇਹਨਾਂ ਨੂੰ ਕੋਈ ਸੂਹ ਦੇ ਸਕੇ ਕਿ ਜਿਹੜਾ ਨੈਕਸਸ ਚੱਲਦਾ ਡਰੱਗਸ ਦਾ ਉਹ ਕਿੱਥੋਂ ਚੱਲਦਾ ਔਰ ਕਿੱਥੋਂ ਜਿਹੜੀ ਸਪਲਾਈ ਜਿਹੜੀ ਹੈ ਉਹ ਲੈ ਕੇ ਆਈ ਜਾਂਦੀ ਔਰ ਕਿੱਦਾਂ ਉਸ ਨੂੰ ਡਿਸਟ੍ਰੀਬਿਊਟ ਜਿਹੜਾ ਉਹ ਬੱਚਿਆਂ ਤੱਕ ਜਾਂ ਜਿਹੜੇ ਉਹਨੂੰ ਕੰਜ਼ਿਊਮ ਕਰਦੇ ਨੇ ਉਹਨਾਂ ਤੱਕ ਕਿਵੇਂ ਪਹੁੰਚਾਇਆ ਜਾਂਦਾ ਹੈ। ਇਹ ਕੋਈ ਵੀ ਬੰਦਾ ਇਦਾਂ ਦਾ ਨਹੀਂ ਹੋਇਆ। ਔਰ ਦੂਸਰੀ ਜਿਹੜੀ ਅਹਿਮ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਲਵੀਰ ਜੀ ਕਿ ਪੁਲਿਸ ਆਫੀਸਰਸ ਨੂੰ ਉਸ ਏਰੀਏ ਦੇ ਨੂੰ ਅਖਤਿਆਰ ਦਿੱਤਾ ਗਿਆ ਸੀ ਕਿ ਤੁਸੀਂ ਆਪਣੇ ਏਰੀਏ ਦੇ ਵਿੱਚ ਉਹਨਾਂ ਬੰਦਿਆਂ ਨੂੰ, ਉਹਨਾਂ ਨੈਕਸਸ ਨੂੰ ਜਿਹੜਾ ਇੱਥੇ ਡਰੱਗਸ ਦਾ ਧੰਦਾ ਕਰ ਰਹੇ ਨੇ ਜਾਂ ਉਹਨੂੰ ਕੰਜ਼ਿਊਮ ਕਰ ਰਹੇ ਨੇ, ਉਹਨਾਂ ਨੂੰ ਪਕੜੋ। ਇੱਕ ਜਿਹੜੀ ਅਹਿਮ ਚੀਜ਼ ਨਿਕਲ ਕੇ ਸਾਹਮਣੇ ਆਈ ਉਹ ਇਹ ਹੈ ਕਿ ਪੁਲਿਸ ਨੇ ਆਪਣੀ ਫਿਗਰਸ ਨੂੰ ਦਿਖਾਉਣ ਲਈ ਜਾਂ ਆਪਣੀ ਕਾਰਗੁਜ਼ਾਰੀ ਨੂੰ ਅਮਲੀ ਜਾਮਾ ਦੇਣ ਵਾਸਤੇ ਕੁਝ ਇਹੋ ਜਿਹੇ ਬੰਦੇ ਵੀ ਵਿੱਚ ਇਨਵੋਲਵ ਕਰ ਲਏ ਜਾਂ ਫੜ ਲਏ ਜਾਂ ਜਿਨ੍ਹਾਂ ਤੇ ਇਨਕੁਆਇਰੀਆਂ ਜਾਂ ਚੱਲ ਰਹੀਆਂ ਜਿਹੜੇ ਕਿ ਉਹਦੇ ਨਾਲ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਇਨਵੋਲਵ ਸੀਗੇ ਜਾਂ ਉਹਨਾਂ ਦਾ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਵੇਂ ਹੁੰਦਾ ਕਿ 7 ਦੇ ਵਿੱਚ 10 ਬੰਦੇ ਬੈਠੇ, ਉਹਨਾਂ ਚੋਂ 5 ਬੰਦੇ ਕੰਜ਼ਿਊਮ ਕਰਦੇ ਹੋਣ ਔਰ 5 ਬੰਦਿਆਂ ਨੂੰ ਵੈਸੀ ਇਨਕੁਆਇਰੀ ਪਰਪਸ ਲਈ ਚੱਕ ਲਿਆ ਜਾਵੇ। ਸੋ ਕਿਤੇ ਨਾ ਕਿਤੇ ਇਦਾਂ ਦਾ ਜਿਹੜੀ ਚਲਨ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਉਸਨੇ ਫਿਗਰ ਜ਼ਰੂਰ ਵਧਾਈ ਹੈ। ਪਰ 4 ਮਹੀਨੇ ਦਾ ਟਾਈਮ ਨਿਕਲ ਕੇ, ਕਿਉਂਕਿ ਕੈਪਟਨ ਸਾਹਿਬ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਰੈਲੀਆਂ ਦੇ ਵਿੱਚ ਬਹੁਤ ਦਾਅਵਾ ਕਰਦੇ ਹੁੰਦੇ ਸੀ ਕਿ 1 ਮਹੀਨੇ ਦੇ ਵਿੱਚ ਅਸੀਂ ਸਾਰੇ ਦਾ ਸਾਰਾ ਜਿਹੜਾ ਨੈਕਸਸ ਹੈ, ਡਰੱਗ ਨੈਕਸਸ ਹੈ, ਉਸ ਨੂੰ ਖਤਮ ਕਰ ਦਿਆਂਗੇ। ਖਤਮ ਕਰਨ ਦੀ ਗੱਲ ਤਾਂ ਦੂਰ, ਕਿਤੇ ਨਾ ਕਿਤੇ ਉਸ ਚੀਜ਼ ਨੂੰ ਠੱਲ ਵੀ ਜਿਹੜੀ ਹੈ ਉਹ ਨਹੀਂ ਪਾਏਗੀ। ਹਲੇ ਵੀ ਜੇ ਅਸੀਂ ਡਿਸਟ੍ਰੀਬਿਊਸ਼ਨ ਨੈਟਵਰਕ ਦੇਖੀਏ ਤਾਂ ਉਦਾਂ ਹੀ ਮੁੰਡਿਆਂ ਤੱਕ ਜਾਂ ਸਟੂਡੈਂਟਸ ਤੱਕ ਜਾਂ ਜਿਹੜੇ ਬੰਦੇ ਇਹਨੂੰ ਲੈਂਦੇ ਨੇ ਉਹਨਾਂ ਤੱਕ ਡਰੱਗਸ ਜਿਹੜੀ ਉਹ ਪਹੁੰਚ ਰਹੀ ਹੈ। ਸੋ ਕਿਤੇ ਨਾ ਕਿਤੇ ਪੁਲਿਸ ਤੰਤਰ, ਕੈਪਟਨ ਸਾਹਿਬ ਦਾ ਮੈਨੂੰ ਚੰਗੀ ਤਰ੍ਹਾਂ ਬਿਆਨ ਯਾਦ ਹੈ ਕਿ ਉਹਨਾਂ ਨੇ ਸਾਫ਼ ਸਪਸ਼ਟ ਕਿਹਾ ਸੀ ਕਿ ਪੁਲਿਸ ਤੰਤਰ ਨੂੰ ਉਸ ਏਰੀਆ ਦੇ ਵਿੱਚ, ਖਾਸ ਕਰਕੇ ਆਪਣੇ ਪਾਰਟਿਕੂਲਰ ਏਰੀਆ ਦੇ ਵਿੱਚ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਸਿਸਟਮ ਜਿਹੜਾ ਉੱਥੇ ਉਹ ਚੱਲ ਰਿਹਾ ਹੈ, ਤਾਂ ਪੁਲਿਸ ਤੰਤਰ ਨੂੰ ਯੂਜ਼ ਕਰਕੇ ਅਸੀਂ ਇਸ ਨੂੰ 1 ਮਹੀਨੇ ਦੇ ਵਿੱਚ ਠੱਲ ਪਾ ਲਾਂਗੇ। ਪਰ ਉਹ ਚੀਜ਼ ਹਲੇ ਵੀ ਕਾਮਯਾਬ ਨਹੀਂ ਕਰ ਪਾਏ ਔਰ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਵੀ ਉਸ ਨੂੰ ਅਪਲਾਈ ਕਰਨ ਜਾਂ ਉਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਵੀ ਪਿੱਛੇ ਰਹਿ ਗਏ ਨੇ ਕੈਪਟਨ ਸਾਹਿਬ। ਸੋ ਉਦੋਂ ਵੀ ਆਪਾਂ ਡਿਬੇਟ ਦੇ ਵਿੱਚ ਇਹ ਕਹਿੰਦੇ ਸੀ ਕਿ ਐਡਾ ਵੱਡਾ ਮੁੱਦਾ ਜਿਹੜਾ ਡਰੱਗਸ ਦਾ ਹੈਗਾ ਉਹ ਇੰਨੀ ਜਲਦੀ ਜਿਹੜਾ ਠੱਲ ਨਹੀਂ ਪੈਣ ਵਾਲਾ, ਪਰ ਮੈਨੀਫੈਸਟੋਆਂ ਦੇ ਵਿੱਚ ਜਾਂ ਆਪਣੀ ਰੈਲੀਆਂ ਦੇ ਵਿੱਚ ਵਾਅਦੇ ਕਰਕੇ ਲੋਕਾਂ ਦਾ ਮੈਂਡੇਟ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਸੀ। ਔਰ ਜਿਸ ਤਰ੍ਹਾਂ ਪਹਿਲੀ ਮੀਟਿੰਗ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਹੋ ਗਈ ਸੀ, ਪਰ ਉਸਦਾ ਅਸਲ ਸਿੱਟਾ ਜਿਹੜਾ ਕੁਲਵੀਰ ਜੀ ਹਾਲੇ ਤੱਕ ਨਹੀਂ ਨਿਕਲ ਕੇ ਆਇਆ। ਔਰ ਉਸਦਾ ਇਹੀ ਰੀਜ਼ਨ ਹੈ ਕਿ ਡਰੱਗਸ ਦਾ ਜਿਹੜਾ ਰੈਕਟ ਹੈ ਉਹ ਬਹੁਤ ਰੂਟ ਲੈਵਲ ਤੇ ਫੈਲ ਚੁੱਕਾ ਹੈ। ਉਹਦੇ ਵਿੱਚ ਬਹੁਤ ਹਾਈ ਲੈਵਲ ਦੇ ਵਿੱਚ ਤੁਸੀਂ ਕਹਿ ਲਓ ਕਿ ਬੰਦੇ, ਹਾਈ ਪ੍ਰੋਫਾਈਲ ਪਰਸਨੈਲਿਟੀਜ਼ ਇਨਵੋਲਵ ਨੇ, ਜਿਹੜਾ ਕਿ ਇਸ ਨੂੰ ਇਨਵੈਸਟੀਗੇਟ ਕਰਨ ਦੇ ਵਿੱਚ ਵੀ ਜਿਹੜਾ ਤੁਸੀਂ ਕਹਿ ਲਓ ਕਿ ਇਨਫਲੂਐਂਸ ਕ੍ਰੀਏਟ ਹੋ ਜਾਂਦਾ ਉਹਨਾਂ ਬੰਦਿਆਂ ਦਾ, ਉਹਨਾਂ ਪੋਲੀਟੀਕਲ ਪਾਰਟੀਆਂ ਦਾ, ਉਹਨਾਂ ਤੰਤਰ ਦਾ। ਉਸ ਚੀਜ਼ ਨੂੰ ਉਹ ਚੀਜ਼ ਜਿਹੜੀ ਇਸ ਨੂੰ ਡਿਲੇ ਕਰ ਰਹੀ ਹੈ ਔਰ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਔਰ ਨਾ ਹੀ ਕੋਈ ਪ੍ਰੋਪਰ ਇਹਦਾ ਸਿੱਟਾ ਨਿਕਲ ਕੇ ਸਾਡੇ ਸਾਹਮਣੇ ਆਉਣਾ। ਸ਼ਬਦੀਪ ਜੀ, ਮੈਂ ਤੁਹਾਡੇ ਨਾਲ ਆਉਣ ਤੋਂ ਪਹਿਲਾਂ ਇੱਕ ਗੱਲ ਕਹਾਂਗਾ ਕਿ ਪੰਜਾਬ ਦੇ ਵਿੱਚੋਂ
ਨਸ਼ੇ ਵਾਲਿਆਂ ਦਾ ਜਿਹੜਾ ਨੈਕਸਸ ਆ ਉਹ ਤਾਂ ਖਤਮ ਨਹੀਂ ਹੋਇਆ, ਪਰ ਪੰਜਾਬ ਪੁਲਿਸ ਦਾ ਕਾਰੋਬਾਰ ਜ਼ਰੂਰ ਦੁਬਾਰਾ ਸ਼ੁਰੂ ਹੋ ਗਿਆ। ਜਿਸ ਤਰੀਕੇ ਨਾਲ 80ਵੇਂ ਤੇ 90 ਦੇ ਦਹਾਕਿਆਂ ਦੇ ਵਿੱਚ ਪੰਜਾਬ ਪੁਲਿਸ ਮੁੰਡਿਆਂ ਨੂੰ ਚੱਕ ਕੇ ਪੈਸੇ ਲੈ ਕੇ ਛੱਡਦੀ ਸੀ, ਉਹ ਕਾਰੋਬਾਰ ਜ਼ਰੂਰ ਕਿਤੇ ਸੁਣਨੇ ਨੂੰ ਮਿਲਣ ਲੱਗ ਪਿਆ ਕਿ ਨਸ਼ੇ ਦੀ ਆੜ ਦੇ ਵਿੱਚ, ਨਸ਼ੇ ਵੇਚਣ ਵਾਲਿਆਂ ਦੀ ਆੜ ਦੇ ਵਿੱਚ ਪੰਜਾਬ ਪੁਲਿਸ ਹੁਣ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਇੱਕ ਤਾਂ ਉਹਨਾਂ ਵੱਲੋਂ ਜਿਹੜੀ ਕੈਪਟਨ ਸਰਕਾਰ ਵੱਲੋਂ ਉਹਨਾਂ ਦੇ ਉੱਪਰ ਇੱਕ ਜ਼ਿੰਮੇਵਾਰੀ ਲਾਈ ਗਈ ਸੀ, ਇੱਕ ਉਹਨਾਂ ਨੂੰ ਦਬਾਅ ਦਿੱਤਾ ਗਿਆ ਸੀਗਾ ਕਿ ਉਹ ਨਸ਼ੇ ਦੇ ਉੱਪਰ ਜਿਹੜਾ ਹੈ ਕਾਬੂ ਪਾਉਣ। ਉਹਦੀਆਂ ਫਾਈਲਾਂ ਭਰੀ ਜਾ ਰਹੇ ਨੇ, ਨੰਬਰ ਆਪਣੇ ਆਪਣੇ ਦਿਖਾਲਣ ਵਿੱਚ ਜਿੱਥੇ ਉਹਨਾਂ ਦੀ ਦੌੜ ਲੱਗੀ ਹੋਈ ਆ। ਜਿਵੇਂ ਉਸ ਵੇਲੇ ਦੀ ਮੂਵਮੈਂਟ ਵੇਲੇ ਮੁੰਡਿਆਂ ਨੂੰ ਮਾਰ ਕੇ ਆਪਣੇ ਨੰਬਰ ਦਿਖਾਲੇ ਜਾਂਦੇ ਸੀ, ਉਸੇ ਤਰੀਕੇ ਨਾਲ ਹੁਣ ਵੀ ਗ੍ਰਿਫਤਾਰੀਆਂ ਕਰਕੇ ਪੰਜਾਬ ਪੁਲਿਸ ਨੰਬਰ ਦਿਖਾ ਰਹੀ ਹੈ। ਔਰ ਇੱਥੇ ਤੱਕ ਵੀ ਜਿਹੜੀਆਂ ਖਬਰਾਂ ਆਉਣ ਲੱਗ ਪਈਆਂ ਕਿ 10,000 ਤੋਂ ਲੈ ਕੇ 25,000 ਤੱਕ ਦੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਡਿਮਾਂਡ ਕਰਦੀ ਆ ਲੋਕਾਂ ਤੋਂ ਕਿ ਅਗਰ ਅਸੀਂ ਤੁਹਾਡੇ ਉੱਪਰ ਡਰੱਗ ਦਾ ਕੇਸ ਪਾ ਦਾਂਗੇ ਤੁਸੀਂ ਪੈਸੇ ਦਿਓ। ਔਰ ਕੁਝ ਲੋਕਾਂ ਨੂੰ ਛੱਡਿਆ ਵੀ ਜਾ ਰਿਹਾ। ਕੁਲਵੀਰ ਜੀ, ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹਾਂਗਾ ਕਿ ਇਹ ਕਾਰੋਬਾਰ ਪੁਲਿਸ ਦਾ ਪਿਛਲੀ ਸਰਕਾਰ ਵੇਲੇ ਵੀ ਬਹੁਤਾ ਬੰਦ ਨਹੀਂ ਸੀ ਹੋਇਆ। ਉਹਦਾ ਰੂਪ ਕੋਈ ਹੋਰ ਹੋ ਸਕਦਾ। ਕਾਰੋਬਾਰ ਉਦੋਂ ਵੀ ਚੱਲਦਾ ਸੀ। ਪਿਛਲੀ ਸਰਕਾਰ ਨੇ, ਤੁਹਾਨੂੰ ਯਾਦ ਹੋਵੇਗਾ, ਬਾਰਡਰ ਦੇ ਉੱਤੇ ਜਾ ਕੇ ਬਹੁਤ ਮੁਜ਼ਾਹਰੇ ਕੀਤੇ ਸੀ ਕਿ ਉਧਰੋਂ ਆ ਰਹੇ ਨਸ਼ੇ ਨੂੰ ਅਸੀਂ ਰੋਕਣਾ। ਔਰ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਇਹ ਵੀ ਕਿਹਾ ਸੀ ਕਿ BSF ਦੇ ਇੱਕ ਅਫਸਰ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਅਸੀਂ ਜਿੰਨਾ ਕੰਟਰੋਲ ਪਹਿਲਾਂ ਹੀ ਕਰੀ ਬੈਠੇ ਸੀ, ਸਾਨੂੰ ਲੱਗਦਾ ਵਾ ਕਿ ਪੰਜਾਬ ਸਰਕਾਰ ਦੇ ਕੀਤੇ ਜਾਣ ਵਾਲੇ ਮੁਜ਼ਾਹਰੇ ਨਸ਼ੇ ਦਾ ਜਿਹੜਾ ਬਾਹਰਲੇ ਪਾਸੇ ਤੋਂ ਸਪਲਾਈ ਹੋ ਰਹੀ ਆ ਪਾਕਿਸਤਾਨ ਦੀ ਤਰਫੋਂ, ਉਹਨੂੰ ਰੋਕਣ ਦੇ ਵਿੱਚ ਇਹ ਸਾਡੇ ਰਾਹ ਦੇ ਵਿੱਚ ਅੜਿੱਕਾ ਹੀ ਬਣੇਗੀ ਪੰਜਾਬ ਸਰਕਾਰ। ਇਸ ਤੋਂ ਵੱਡੀ ਇਹਦੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਹਾਲਾਂਕਿ ਉਹ ਮੁਜ਼ਾਹਰੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਂ ਤੇ ਕੀਤੇ ਗਏ ਸੀ, ਸਰਕਾਰ ਦੇ ਨਾਂ ਤੇ ਬਿਲਕੁਲ ਵੀ ਨਹੀਂ ਸੀ ਕੀਤੇ ਗਏ। ਇੰਨੀ ਕੁ ਚਲਾਕੀ ਤਾਂ ਜ਼ਰੂਰ ਬਾਦਲਾਂ ਨੇ ਉਦੋਂ ਵੀ ਕਰਨੀ ਸੀ। ਦੂਸਰੀ ਗੱਲ ਇਹ ਕਿ ਜਦੋਂ ਉੜਤਾ ਪੰਜਾਬ ਤੋਂ ਜੇ ਪਹਿਲੇ ਦਿਨਾਂ ਦੀ ਗੱਲ ਕਰੀਏ, ਲਗਭਗ ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਗੱਲ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਦੇ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਅਸੀਂ ਕੀਤੀਆਂ ਹੋਈਆਂ ਨੇ। ਔਰ ਗ੍ਰਿਫਤਾਰੀਆਂ ਉਦੋਂ ਵੀ ਲਗਭਗ ਇਸੇ ਕਿਸਮ ਦੇ ਲੋਕਾਂ ਦੀਆਂ ਕਰਕੇ ਦਿਖਾਈਆਂ ਗਈਆਂ ਸਨ ਜਿਸ ਕਿਸਮ ਦੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੁਣ ਪੰਜਾਬ ਦੀ ਨਵੀਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ। ਉਦੋਂ ਵੀ ਉਹੀ ਲੋਕ ਸਨ ਜਿਹੜੇ ਨਸ਼ਾ ਖਾਂਦੇ ਸਨ ਜਾਂ ਵੱਡੇ ਸਪਲਾਇਰਾਂ ਕੋਲੋਂ 5-7 ਕੁੜੀਆਂ ਲੈ ਕੇ ਹੇਠਾਂ ਨੌਜਵਾਨਾਂ ਦੇ ਵਿੱਚ ਕਹਿਣਾ ਹੋਵੇ ਗਰੀਬ ਤਬਕਾ, ਪੰਜਾਬ ਦਾ ਗਰੀਬ ਤਬਕਾ ਫਿਰ ਵਿਚਾਰਾ ਸਮੱਸਿਆ ਦੇ ਵਿੱਚ ਹੈ ਇਸ ਵੇਲੇ। ਆਪਾਂ ਸਿੱਧਾ ਕਹੀਏ ਤਾਂ ਗਰੀਬ ਤਬਕੇ ਨੂੰ ਫਿਰ ਤੰਗ ਕੀਤਾ ਜਾ ਰਿਹਾ। ਬਿਲਕੁਲ ਕੁਲਵੀਰ ਜੀ, ਮੈਂ ਇਹ ਕਹਿ ਰਿਹਾ ਕਿ ਇਸ ਪੱਖ ਤੋਂ ਜੇ ਗੱਲ ਕਰਨੀ ਹੋਵੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੀਆਂ ਸਰਕਾਰਾਂ ਦਾ ਨੀਤੀਗਤ ਆਧਾਰ ਦੇ ਉੱਤੇ ਕੋਈ ਵਖਰੇਵਾਂ ਨਹੀਂ ਹੈ। ਇਹ ਇਸ ਪੱਖ ਤੋਂ ਨਸ਼ੇ ਦੇ ਆਧਾਰ ਦੇ ਉੱਤੇ ਕਿਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ, ਕਿਹਨਾਂ ਨੂੰ ਨਿਸ਼ਾਨਾ ਬਣਾ ਕੇ ਸਰਕਾਰ ਨੇ ਆਪਣੇ ਆਪ ਨੂੰ ਦੁੱਧ ਧੋਤੀ ਸਾਬਤ ਕਰਨਾ, ਔਰ ਕਿਹਨਾਂ ਲੋਕਾਂ ਨੂੰ ਨਿਸ਼ਾਨਾ ਜਾਣ-ਬੁੱਝ ਕੇ ਨਹੀਂ ਬਣਾਇਆ ਜਾਣਾ। ਇਹਦੇ ਵਿੱਚ ਤੁਹਾਨੂੰ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਦੇ ਜਦੋਂ 5 ਸਾਲ ਬੀਤ ਵੀ ਜਾਣਗੇ, ਤੁਹਾਨੂੰ ਉਦੋਂ ਵੀ ਇਹ ਗੱਲ ਬਹੁਤ ਕਲੀਅਰ ਨਜ਼ਰ ਆਊਗੀ। ਹਾਲਾਂਕਿ ਉਦੋਂ ਐਸੇ ਕੁਝ ਚਿਹਰੇ ਉਹ ਜ਼ਰੂਰ ਸਾਹਮਣੇ ਲੈ ਆਉਣਗੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਕਹਿ ਸਕਣ ਕਿ ਅਸੀਂ ਅਕਾਲੀ ਦਲ ਦੇ ਨਾਲੋਂ ਕੁਝ ਵੱਖਰਾ ਕਰ ਦਿੱਤਾ। ਪਰ ਬੇਸਿਕਲੀ ਮੇਰੇ ਹਿਸਾਬ ਦੇ ਨਾਲ ਨਿਸ਼ਾਨੇ ਦੇ ਉੱਤੇ ਕੌਣ ਰਹਿਣੇ ਨੇ ਤੇ ਕੌਣ ਨਹੀਂ ਰਹਿਣੇ, ਇਹਦੇ ਵਿੱਚ ਦੋਵਾਂ ਸਰਕਾਰਾਂ ਦੀ ਨੀਤੀ ਦੇ ਵਿੱਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਏਗਾ। ਔਰ ਇਹ ਘੱਟੋ ਘੱਟ ਮੇਰਾ ਅੰਦਾਜ਼ਾ, ਮੈਂ ਚਾਹਾਂਗਾ ਕਿ ਮੇਰਾ ਅੰਦਾਜ਼ਾ ਗਲਤ ਸਾਬਤ ਹੋ ਜਾਵੇ, ਮੇਰੀ ਕਿਆਸਰਾਈ ਗਲਤ ਸਾਬਤ ਹੋ ਜਾਵੇ। ਪੰਜਾਬ ਦੀ ਸਰਕਾਰ ਸੱਚਮੁੱਚ ਜਿਹੜੇ ਸੱਚੀ ਮੁੱਚੀ ਦੋਸ਼ੀ ਨੇ ਨਸ਼ੇ ਦੀ ਸੌਦਾਗਰੀ ਦੇ, ਉਹਨਾਂ ਨੂੰ ਜਿਹੜਾ ਵਾ ਉਹ ਕਟਹਿਰੇ ਦੇ ਵਿੱਚ ਖੜਾ ਕਰੇ। ਮੇਰੀ ਆਸ ਆ ਕਿ ਮੈਂ ਗਲਤ ਸਾਬਤ ਹੋਵਾਂ, ਪਰ ਮੈਨੂੰ ਲਗਭਗ ਪਤਾ ਨਹੀਂ ਕਿਉਂ ਲੱਗਦਾ ਕਿ ਮੇਰੀ ਇਹ ਆਸ ਨੂੰ ਬੂਰ ਪੈਂਦਾ ਹੋਇਆ ਨਜ਼ਰ ਨਹੀਂ ਆਉਣਾ। ਇਸ ਕਰਕੇ ਨਸ਼ੇ ਦੇ ਸਵਾਲ ਦੇ ਉੱਤੇ ਵੀ, ਔਰ ਜਿਵੇਂ ਅਸੀਂ ਪਹਿਲੇ ਹਿੱਸੇ 'ਚ ਬਾਈਬਲ ਕਲਾਂ ਦੇ ਸਵਾਲ ਦੇ ਉੱਤੇ ਵੀ, ਬੇਅਦਬੀਆਂ ਦੇ ਸਵਾਲ ਦੇ ਉੱਤੇ ਵੀ, ਪੋਲੀਟਿਕਸ ਕਰਨੀ ਇੱਕ ਗੱਲ ਆ ਤੇ ਇਹਨੂੰ ਸੱਚਮੁੱਚ ਮੁਕਾਬਲਾ ਕਰਨਾ ਇੱਕ ਚੀਜ਼ ਆ। ਨਵੀਂ ਸਰਕਾਰ ਜੇ ਸੱਚਮੁੱਚ ਤਾਣੇ ਬਾਣੇ ਨੂੰ ਤੋੜ ਵੀ ਦਿੰਦੀ ਹੈਗੀ ਤਾਂ ਇੱਕ ਕੰਮ ਉਹ ਜ਼ਰੂਰ ਕਰੇਗੀ ਕਿ ਜਿਹੜੇ ਲੋਕ ਸੌਦਾਗਰ ਬਣੇ ਹੋਏ ਨੇ, ਜਿਹੜੇ ਛੋਟੀਆਂ ਫਰਮਾਂ ਦੇ ਨਾਂ ਦੇ ਉੱਤੇ, ਫੈਕਟਰੀਆਂ ਦੇ ਨਾਂ ਦੇ ਉੱਤੇ, ਕਿਉਂਕਿ ਆਖਰਕਾਰ ਸਿੰਥੈਟਿਕ ਨਸ਼ਾ ਵੀ ਉਹਨਾਂ ਚੀਜ਼ਾਂ ਦੇ ਆਧਾਰ ਦੇ ਉੱਤੇ ਹੀ ਬਣੇਗਾ ਜਿਨ੍ਹਾਂ ਚੀਜ਼ਾਂ ਨੂੰ
ਤੁਸੀਂ ਕਿਸੇ ਨਾ ਕਿਸੇ ਫਰਮ ਦੇ ਨਾਂ ਦੇ ਉੱਤੇ ਸਪਲਾਈ ਕਰਾਉਣ ਦੇ ਵਿੱਚ ਸਫਲ ਹੋਵੋਗੇ ਔਰ ਉਹਦੀ ਦੁਰਵਰਤੋਂ ਕਰੋਗੇ, ਕਹੋਗੇ material ਕਿ ਤਾਂ ਇਹ ਆਏਗਾ ਨਾ ਫਲਾਂ ਕਿਤੇ। ਫਲਾਂ ਦਵਾਈ ਦੇ ਵਿੱਚ ਪੈਣਾ, ਪਰ ਉਹਦੇ ਵੱਟੇ ਦੇ ਵਿੱਚ ਬਣਾਓਗੇ ਤੁਸੀਂ ਚਿੱਟਾ। ਹੋ ਸਕਦਾ ਇਸ ਕਿਸਮ ਦੀਆਂ ਸੰਭਾਵਨਾਵਾਂ ਨੂੰ ਸਰਕਾਰ ਰੋਕ ਦੇਵੇ, ਕਿਉਂਕਿ ਸਰਕਾਰਾਂ ਕੋਲੇ ਬਹੁਤ ਕਲੀਅਰ ਹੁੰਦਾ ਕਿ ਤੁਸੀਂ ਇਸ ਧੰਦੇ 'ਚੋਂ ਪੈਸੇ ਕਮਾ ਲਏ, ਤੁਸੀਂ ਹੁਣ ਨਵੇਂ ਧੰਦੇ ਦੇ ਵਿੱਚ ਚਲੇ ਜਾਵੋ, ਕਿਉਂਕਿ ਇਸ ਧੰਦੇ ਦੇ ਨਾਲ ਸਾਡੀ ਬੇਇੱਜ਼ਤੀ ਹੁੰਦੀ ਆ। ਇਸ ਤੋਂ ਵੱਡੀ ਕੋਈ ਤਬਦੀਲੀ ਮੈਨੂੰ ਕੈਪਟਨ ਤੇ ਬਾਦਲ ਸਰਕਾਰ ਦੇ ਵਿੱਚ ਨਜ਼ਰ ਨਹੀਂ ਆਉਂਦੀ। ਇਹ ਵੀ ਤਾਂ ਮੈਂ ਕਹਿ ਰਿਹਾ, ਜੇ ਇਹ ਸੱਚਮੁੱਚ ਨਜ਼ਰ ਆਏਗੀ ਭਵਿੱਖ ਦੇ ਵਿੱਚ, ਹਾਲੇ ਇਹਦੇ ਵੀ ਕੋਈ ਸਾਈਨ ਘੱਟੋ ਘੱਟ ਨਜ਼ਰ ਨਹੀਂ ਆਏ। ਜੀ ਪਰ ਮੈਂ ਚਾਹਾਂਗਾ ਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਸਾਡਾ ਤਕਰੀਬਨ ਹੋ ਚੁੱਕਿਆ, ਪਰ ਮੈਂ ਪਰਮਜੀਤ ਜੀ ਤੋਂ ਨਸ਼ੇ ਦੇ ਸਵਾਲ ਦੇ ਉੱਪਰ ਜ਼ਰੂਰ ਚਾਹਾਂਗਾ ਕਿ ਉਹ ਟਿੱਪਣੀ ਕਰਨਾ। ਜੀ ਵੈਸੇ ਤਾਂ ਮੇਰੇ ਬੋਲਣ ਲਈ ਜ਼ਿਆਦਾ ਕੁਝ ਬਚਿਆ ਨਹੀਂ, ਕਿਉਂਕਿ ਮੇਰੇ ਸਾਥੀ ਪੈਨਲਿਸਟਾਂ ਨੇ ਸਾਰੀ ਗੱਲ ਦੱਸ ਦਿੱਤੀ ਹੈ। ਬਿਲਕੁਲ ਮੈਂ ਇਸੇ ਗੱਲ ਨਾਲ ਸਹਿਮਤ ਹਾਂ ਕਿ ਪੰਜਾਬ ਗੌਰਮੈਂਟ 4 ਹਫ਼ਤਿਆਂ ਦੇ ਵਿੱਚ ਨਸ਼ਾ ਰੋਕਣ ਵਾਸਤੇ ਜਿਹੜੇ ਦਾਅਵੇ ਕਰ ਰਹੀ ਸੀ ਉਹਦੇ ਵਿੱਚ ਤਾਂ ਫੇਲ ਹੋ ਹੀ ਗਈ ਹੈ। ਫੇਲ ਹੁੰਦੀ ਨਹੀਂ ਦਿਖਾਈ ਦੇ ਰਹੀ, ਬਲਕਿ ਫੇਲ ਹੋ ਹੀ ਗਈ ਹੈ। ਛੋਟੇ ਛੋਟੇ ਲੋਕਾਂ ਨੂੰ, ਛੋਟੇ ਛੋਟੇ ਡਰੱਗ ਪੈਡਲਰਸ ਨੂੰ ਫੜਿਆ ਜਾ ਰਿਹਾ, ਵੱਡਾ ਨਾਮ ਕੋਈ ਸਾਹਮਣੇ ਨਹੀਂ ਆ ਰਿਹਾ। ਇੱਥੇ ਮੈਂ ਇੱਕ ਬੜੀ ਛੋਟੀ ਜਿਹੀ ਗੱਲ ਕਰਨਾ ਚਾਹੂੰਗਾ ਕਿ ਮੈਂ ਸਿੱਕੀ ਸਾਹਿਬ ਦੀ ਉਦਾਹਰਨ ਲੈਣਾ ਚਾਹੂੰਗਾ ਕਿ ਸਿੱਕੀ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਥਾਣਿਆਂ ਦੇ ਵਿੱਚ ਜੇ ਮੇਰੇ ਵਰਕਰਾਂ ਨਾਲ ਕੋਈ ਮਾੜੀ ਚੰਗੀ ਗੱਲ ਹੋਈ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਨਜਿੱਠਾਂਗਾ, ਮੈਂ ਲੰਮੇ ਪਾਵਾਂਗਾ ਜੀ, ਸਿੱਧਾ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਲੰਮੇ ਪਾਵਾਂਗੇ, ਜਾਣੀ ਕਿ ਥਾਣੇਦਾਰ ਨੂੰ ਆਪ ਆ ਕੇ ਲੰਮੇ ਪਾਉਣਗੇ। ਬਿਲਕੁਲ। ਹੁਣ ਮੈਂ ਇੱਥੇ ਇਸ ਗੱਲ ਨੂੰ ਡਰੱਗ ਦੇ ਇਸ਼ੂ ਤੇ ਜੋੜਨਾ ਚਾਹੁੰਦਾ ਕਿ ਜੇ ਪੁਲਿਸ ਕਿਸੇ ਐਸੇ ਵਿਅਕਤੀ ਨੂੰ ਫੜ ਲੈਂਦੀ ਜਿਹੜਾ ਕਿ ਵਾਕਈ ਦੇ ਵਿੱਚ ਡਰੱਗ ਸਪਲਾਇਰ ਹੈ ਜਾਂ ਡਰੱਗ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਔਰ ਅਨਫੋਰਚੂਨੇਟਲੀ ਕਾਂਗਰਸੀ ਹੈ, ਤਾਂ ਕੀ ਸਿੱਕੀ ਸਾਹਿਬ ਉਹਨੂੰ ਬਚਾਉਣ ਵਾਸਤੇ ਜਾਣਗੇ, ਜਾਂ ਕੀ ਪੁਲਿਸ ਆਪਣਾ ਕੰਮ ਕਰੇਗੀ, ਜਾਂ ਕੈਪਟਨ ਗਵਰਨਮੈਂਟ ਦੀ ਜਿਹੜੀਆਂ ਪਾਲਿਸੀਜ਼ ਨੇ ਉੱਥੇ ਇੰਪਲੀਮੈਂਟ ਹੋਣਗੀਆਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਮਿਕਸ ਹੋ ਚੁੱਕੀਆਂ ਨੇ। ਕਾਂਗਰਸ ਦੇ ਲੀਡਰਸ ਦਾ ਇਸ ਤਰ੍ਹਾਂ ਦੇ ਨਾਲ ਪੁਲਿਸ ਤੇ ਪ੍ਰੈਸ਼ਰ ਬਣਾਉਣਾ, ਪੁਲਿਸ ਦਾ ਇਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੇ ਉੱਪਰ ਪ੍ਰੈਸ਼ਰ ਬਣਾਉਣਾ, ਪੋਲੀਟੀਕਲੀ ਗਵਰਨਮੈਂਟ ਦੇ ਉੱਪਰ ਇੱਕ ਪ੍ਰੈਸ਼ਰ ਬਣਿਆ ਹੋਣਾ ਕਿ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਨਾ, ਜਿਹਦੇ ਕਿ ਬਿਲਕੁਲ ਮੈਨੂੰ ਤਾਂ ਹਾਲੇ ਕੋਈ ਆਸ ਨਜ਼ਰ ਨਹੀਂ ਆ ਰਹੀ। ਸਟਾਰਟਿੰਗ ਵੀ ਸ਼ਾਇਦ ਨਜ਼ਰ ਨਹੀਂ ਆ ਰਹੀ, ਕਿਉਂਕਿ ਸਿਰਫ 1270 ਰੁਪਏ ਇੱਕ ਮਹੀਨੇ ਦੇ ਵਿੱਚ ਦਰਜ ਕੀਤੇ ਗਏ ਔਰ ਕੋਈ ਵੱਡਾ ਨਾਮ ਉਹਦੇ ਵਿੱਚ ਨਹੀਂ ਹੈ, ਕੋਈ ਵੱਡੀ ਅਰੈਸਟ ਉਹਦੇ ਵਿੱਚ ਨਹੀਂ ਹੈ। ਮੈਂ ਨਹੀਂ ਮੰਨਦਾ, ਮੈਂ ਇਸ ਗੱਲੋਂ ਨਿਰਾਸ਼ ਹੋਇਆ ਕਿ ਕੈਪਟਨ ਗਵਰਨਮੈਂਟ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਜਿਹੜੀ ਗੱਲਾਂ ਕਰ ਰਹੀ ਸੀ ਉਹਦੇ ਕਿਸੇ ਕਾਮਯਾਬੀ ਦੇ 1-2-5% ਤੱਕ ਵੀ ਉਹ ਪਹੁੰਚੀ ਹੈ। ਪੂਰੀ ਤਰ੍ਹਾਂ ਕਾਂਗਰਸ ਗਵਰਨਮੈਂਟ ਫੇਲ ਹੋਈ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਸ਼ਾਇਦ ਅਗਰ ਇਹ ਇਸ਼ੂ, ਮੈਂ ਇੱਥੇ ਦੁਬਾਰਾ ਸੋਸ਼ਲ ਮੀਡੀਆ ਨੂੰ ਲੈ ਕੇ ਆਉਣਾ ਚਾਹੂੰਗਾ ਕਿ ਅਗਰ ਇਹ ਇਸ਼ੂ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਿਹਾ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣਿਆ ਰਹੇਗਾ। ਨਹੀਂ ਤਾਂ ਅਸੀਂ ਲੋਕ ਹੋਰ ਚਰਚਾ ਦੇ ਵਿੱਚ ਉਲਝ ਜਾਵਾਂਗੇ, ਅਸੀਂ ਲਾਲ ਬੱਤੀਆਂ ਦੇ ਵਿੱਚ ਉਲਝ ਜਾਵਾਂਗੇ, ਅਸੀਂ ਹੈਲੀਕਾਪਟਰਾਂ ਦੇ ਵਿੱਚ ਉਲਝ ਜਾਵਾਂਗੇ ਔਰ ਗਰਾਊਂਡ ਲੈਵਲ ਤੇ ਜਿਹੜੇ ਲੋਕਾਂ ਦੇ ਜਿਹੜੇ ਇਸ਼ੂ ਹੈਗੇ ਨੇ ਉਹ ਉੱਥੇ ਦੇ ਉੱਥੇ ਰਹਿ ਜਾਣਗੇ। ਬਿਲਕੁਲ ਤੁਸੀਂ ਸਹੀ ਗੱਲ ਕਹੀ ਆ। ਸੋਸ਼ਲ ਮੀਡੀਆ ਹੀ ਕਿਉਂ, ਅਸੀਂ ਮੇਨ ਸਟ੍ਰੀਮ ਮੀਡੀਆ ਹੋਣ ਦੇ ਨਾਤੇ ਹਰ ਮਹੀਨੇ ਜਿਹੜਾ ਹੈ ਉਹ ਆਪਣੇ ਦਰਸ਼ਕਾਂ ਨਾਲ ਵਾਅਦਾ ਕਰਦੇ ਹਾਂ, ਅਸੀਂ ਹਰ ਮਹੀਨੇ ਪੂਰੇ ਮਹੀਨੇ ਦੀ ਜਿਹੜੀ ਰਿਪੋਰਟ ਹੈਗੀ ਆ ਪੰਜਾਬ ਸਰਕਾਰ ਦੀ ਉਹਦੇ ਉੱਪਰ ਗੱਲਬਾਤ ਕਰਦੇ ਰਹਾਂਗੇ। ਉਹਦੇ 'ਚ ਕੀ ਚੰਗਾ ਤੇ ਕੀ ਮਾੜਾ ਦੋਨੋਂ ਗੱਲਾਂ ਨੂੰ ਵਿਚਾਰਦੇ ਰਹਾਂਗੇ। ਪਰ ਜਿਹੜੀ ਪਹਿਲੇ ਮਹੀਨੇ ਦੀ ਸਰਕਾਰ ਦੀ ਸ਼ੁਰੂਆਤ ਸੀ, ਅਸੀਂ ਉਹਦੀ ਪ੍ਰਸ਼ੰਸਾ ਵੀ ਕੀਤੀ ਸੀ, ਵਧਾਈ ਵੀ ਦਿੱਤੀ ਸੀ। ਪਰ ਜੇ ਆਪਾਂ ਨਤੀਜਿਆਂ ਦੀ ਗੱਲ ਕਰੀਏ ਤਾਂ ਈਵਨ ਜਿਹੜਾ ਸਭ ਤੋਂ ਵੱਡਾ ਮੁੱਦਾ ਉਹਨਾਂ ਨੇ ਪਹਿਲੇ ਮਹੀਨੇ ਚੱਕਣ ਦੀ ਕੋਸ਼ਿਸ਼ ਕੀਤੀ ਸੀ ਉਹ ਸੀ VIP ਕਲਚਰ ਦੇ ਉੱਪਰ ਨੱਥ ਪਾਉਣੀ, ਜਿਹਨੂੰ ਉਹ ਪਾ ਨਹੀਂ ਸਕੇ। ਉਹਦੇ ਵਿੱਚ ਵੀ ਕਾਫੀ ਘਟਨਾਵਾਂ ਵਾਪਰ ਗਈਆਂ। ਦੂਸਰਾ VIP ਕਲਚਰ ਦੇ ਵਿੱਚ ਪੱਥਰਾਂ ਦੇ ਉੱਪਰ ਨਾਂ ਲਿਖਾਉਣ ਨੂੰ ਲੈ ਕੇ ਵੀ ਉਹਨਾਂ ਨੇ ਪਹਿਲੇ ਹੀ ਦਿਨ ਗੱਲ ਕੀਤੀ ਸੀ, ਉਹਦੀਆਂ ਵੀ ਕੁਝ ਘਟਨਾਵਾਂ ਵਾਪਰ ਗਈਆਂ। ਭਾਵੇਂ ਕਿ ਕੈਪਟਨ ਸਾਹਿਬ ਨੇ ਹੁਣ ਜਿਹੜਾ ਹੈ ਪੂਰੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਕਿ ਕਿਸੇ ਦਾ ਵੀ ਨਾਮ ਉਹਨਾਂ ਦੇ ਉੱਪਰ ਨਹੀਂ ਜਾਏਗਾ। ਜੇ ਆਪਾਂ ਪਹਿਲੇ ਮਹੀਨੇ ਦੀ ਗੱਲ ਕਰੀਏ ਤਾਂ ਜਿਹੜੇ ਬਹੁਤ ਅਹਿਮ ਮੁੱਦੇ ਸੀ, ਸਭ ਤੋਂ ਜਿਹੜਾ ਵਾਅਦੇ ਵਾਲਾ ਮੁੱਦਾ ਸੀ ਉਹਨਾਂ ਦਾ ਉਹ ਡਰੱਗ ਸੀ, ਜਿਹਦੇ ਉੱਪਰ ਕਾਂਗਰਸ ਸਰਕਾਰ ਅਜੇ ਤੱਕ ਤੇ ਬਿਲਕੁਲ ਵੀ ਸਫਲ ਨਜ਼ਰ ਨਹੀਂ ਆਉਂਦੀ ਔਰ ਜਿਹੜਾ ਉਹਨਾਂ ਦਾ ਪਹਿਲੇ ਮਹੀਨੇ ਦਾ ਟਾਰਗੇਟ ਸੀ ਉਹਦੇ ਵਿੱਚ ਉਹ ਅਸਫਲ ਹੋ ਚੁੱਕੀ ਆ। ਇਸ ਗੱਲ ਨੂੰ ਅਸੀਂ ਬਿਲਕੁਲ ਸਮਝਦੇ ਹਾਂ ਤੇ ਗਾਂ ਵੀ ਸਮਝਦੇ ਰਹਾਂਗੇ ਕਿ 1 ਮਹੀਨੇ ਦੇ ਵਿੱਚ ਨਾ ਪੰਜਾਬ ਦੀ ਡਰੱਗ ਦੀ ਸਮੱਸਿਆ ਹੱਲ ਹੋ ਸਕਦੀ ਸੀ, ਨਾ ਇਹ ਅੱਜ ਇਹ ਕਰ ਸਕਦੇ ਆ। ਇਹਨੂੰ ਸਮਾਂ ਲੱਗਣਾ ਹੈ, ਪਰ ਉਹ ਸਮਾਂ ਜਿਹੜਾ ਹੈ ਉਹ ਅਗਰ ਲੈ ਕੇ ਵੀ ਕਾਂਗਰਸ ਜਿਹੜੀ ਹੈਗੀ ਆ ਪੰਜਾਬ ਦੇ ਵਿੱਚੋਂ ਡਰੱਗ ਨੂੰ ਖਤਮ ਕਰਦੀ ਹੈ ਤਾਂ ਸ਼ਾਇਦ ਕਿਤੇ ਨਾ ਕਿਤੇ ਸ਼ਲਾਘਾ ਦੀ ਪਾਤਰ ਹੋਵੇਗੀ। ਤੀਸਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਪਹਿਲੇ ਮਹੀਨੇ ਦੇ ਵਿੱਚ ਸ਼ੁਰੂਆਤੀ 3 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਪੂਰੀ ਚੁੱਪੀ ਧਾਰ ਕੇ ਰੱਖੀ ਆ। ਜਦੋਂ ਇਹ ਗੱਲਾਂ ਜਿਹੜੀਆਂ ਹੈ ਮੀਡੀਆ ਦੇ ਵਿੱਚ, ਸੱਥਾਂ ਦੇ ਵਿੱਚ, ਉਹ ਸਰਕਾਰਾਂ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਗਈਆਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਐਡਰੈਸ ਹੀ ਨਹੀਂ ਕੀਤਾ ਗਿਆ ਪਹਿਲੇ 3 ਹਫ਼ਤਿਆਂ ਦੇ ਵਿੱਚ, ਤਾਂ ਉਹਨਾਂ ਨੇ ਇੱਕ ਨਵਾਂ ਕਮਿਸ਼ਨ ਬਣਾ ਕੇ ਜਿਹੜਾ ਹੈ 6 ਮਹੀਨਿਆਂ ਲਈ ਉਹਦੇ ਤੋਂ ਪੱਲਾ ਜਿਹੜਾ ਹੈ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਸਮਾਂ ਜਿਹੜਾ ਹੈ ਉਹ ਜ਼ਰੂਰ ਲੱਗ ਸਕਦਾ, ਪਰ ਅਗਰ ਕਾਂਗਰਸ ਸਿੰਸੀਅਰ ਹੋਈ, ਅਗਰ ਉਹਨੂੰ ਇਸ ਗੱਲ ਦੀ ਕਦਰ ਹੋਈ ਕਿ ਪੰਜਾਬ ਦੇ ਲੋਕਾਂ ਨੇ ਉਹਨੂੰ ਲਿਆਂਦਾ ਔਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਲਈ ਇੱਕ ਸਰਵਾਈਵਲ
ਪੈਦਾ ਕੀਤਾ ਤੇ ਸ਼ਾਇਦ ਉਹ ਇਹਨਾਂ ਮੁੱਦਿਆਂ ਦੇ ਉੱਪਰ ਕੰਮ ਕਰੇ। ਅਗਰ ਸਮਾਂ ਲਗਾ ਕੇ ਵੀ ਕੰਮ ਕਰਦੀ ਹੈ ਤਾਂ ਮੇਰਾ ਖਿਆਲ ਆ ਜ਼ਰੂਰ ਵਧਾਈ ਦੀ ਪਾਤਰ ਹੋਵੇਗੀ, ਜਿਹਦੀ ਕਿ ਉਮੀਦ ਅਸੀਂ ਜ਼ਰੂਰ ਰੱਖਦੇ ਹਾਂ। ਭਾਵੇਂ ਕਿ ਜਿਹੜਾ ਪਹਿਲਾ ਮਹੀਨਾ ਕਾਂਗਰਸ ਦਾ ਹੈ ਉਹ ਕਾਂਗਰਸ ਦੇ ਹੱਕ ਦੇ ਵਿੱਚ ਜਾਂਦਾ ਨਜ਼ਰ ਨਹੀਂ ਆਉਂਦਾ। ਜ਼ਿਆਦਾਤਰ ਮੋਰਚਿਆਂ ਦੇ ਉੱਪਰ ਕਾਂਗਰਸ ਜਿਹੜੀ ਹੈਗੀ ਆ ਉਹ ਝੂਠੀ ਜਾਂ ਅਸਫਲ ਜਿਹੜੀ ਆ ਸਾਨੂੰ ਦਿਖ ਰਹੀ ਹੈ ਜੀ। ਇਸ ਦੇ ਨਾਲ ਹੀ ਸ਼ਬਦੀਪ ਜੀ, ਪ੍ਰਮੀ ਜੀ ਤੇ ਸੀਪੀ ਜੀ, ਤੁਹਾਡਾ ਭਖਦੀਆਂ ਖਬਰਾਂ ਵਿੱਚ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਕੁਲਵੀਰ ਥਿੰਦ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।